मैं मनवीर कौर स्वागत करदी हां अपने दोस्तां दर्शकां दा। ਅੱਜ ਦੀ ਵੀਡੀਓ 'ਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੀ ਖੇਤੀਬਾੜੀ ਨਾਲ ਜੁੜੀ ਹੋਈ ਸਭ ਤੋਂ ਸਿਰਮੌਰ ਜਥੇਬੰਦੀ ਪੰਜਾਬ ਦਾ ਮਾਣ ਪੰਜਾਬ ਦੀ ਐਗਰੀਕਲਚਰ ਯੂਨੀਵਰਸਿਟੀ ਬਾਰੇ। ਪੰਜਾਬ ਦੀ ਐਗਰੀਕਲਚਰ ਯੂਨੀਵਰਸਿਟੀ ਕਈ ਵਿੱਤੀ ਸਮੱਸਿਆਵਾਂ ਦੇ ਨਾਲ ਔਰ ਕਈ ਢਾਂਚਾਗਤ ਔਰ ਐਡਮਿਨਿਸਟ੍ਰੇਸ਼ਨ ਦੀਆਂ ਪ੍ਰੋਬਲਮਸ ਨਾਲ ਜੂਝ ਰਹੀ ਹੈ। ਉਹਦੇ ਲਈ ਚਾਹੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਹੋਵੇ, ਉਸ ਤੋਂ ਬਾਅਦ ਚਾਹੇ ਚਰਨਜੀਤ ਸਿੰਘ ਚੰਨੀ ਆਏ ਔਰ ਚਾਹੇ ਹੁਣ ਬਦਲਾਵ ਦੀ ਸਰਕਾਰ ਆ, ਕਿਤੇ ਨਾ ਕਿਤੇ ਨਿਰਾਸ਼ਤਾ ਫੇਸ ਕਰਨੀ ਪੈ ਰਹੀ ਹੈ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਬੱਚਿਆਂ ਨੂੰ, ਐਡਮਿਨਿਸਟ੍ਰੇਸ਼ਨ ਨੂੰ, ਕਿ ਉਹ ਪ੍ਰੋਬਲਮਸ ਜਿਹੜੀਆਂ ਹੱਲ ਨਹੀਂ ਹੋ ਰਹੀਆਂ। ਹੁਣ ਨਾਲ ਦੀ ਨਾਲ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਆਪਣਾ ਇੱਕ ਧਰਨਾ 15 ਜਾਂ 16 ਦਿਨਾਂ ਤੋਂ ਲਗਾਤਾਰ ਚਲਾ ਰਹੇ ਨੇ ਔਰ ਉਹਨਾਂ ਦੀ ਮੰਗਾਂ ਜਿਹੜੀਆਂ ਨੇ ਉਹ ਆਪਾਂ ਅੱਜ ਦੀ ਇਸ ਵੀਡੀਓ 'ਚ ਸਮਝਾਂਗੇ ਔਰ ਨਾਲ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਪ੍ਰੋਬਲਮਸ ਐਂਡ ਪੰਜਾਬ ਦਾ ਜਿਹੜਾ ਯੂਥ ਆ ਉਹਦੀਆਂ ਸਮੱਸਿਆਵਾਂ ਕੀ ਨੇ, ਪੜ੍ਹਿਆ ਲਿਖਿਆ ਕਾਬਿਲ ਯੂਥ ਆ ਉਹਨਾਂ ਦੀਆਂ ਸਮੱਸਿਆਵਾਂ ਨੂੰ ਅੱਜ ਦੀ ਇਸ ਵੀਡੀਓ ਸਮਝਾਂਗੇ। ਔਰ ਮੇਰੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸਟੂਡੈਂਟ ਐਸੋਸੀਏਸ਼ਨ ਦੇ ਬਬਨਪ੍ਰੀਤ ਸਿੰਘ ਜੀ ਹੈਗੇ ਆ। ਥੈਂਕ ਯੂ ਸੋ ਮਚ ਬਬਨ ਜੀ। ਐਂਡ ਬਹੁਤ ਵਧੀਆ ਤੁਹਾਡਾ ਪ੍ਰੋਟੈਸਟ, ਤੁਸੀਂ 15 ਦਿਨ ਹੋ ਗਏ ਕਿ 16 ਦਿਨ ਹੋ ਗਏ? ਅੱਜ ਮੈਂ 15ਵਾਂ ਦਿਨ ਹੈ ਜੀ। ਤੇ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਸਾਰੇ ਮੀਡੀਆ ਵਾਲਿਆਂ ਦਾ ਜੀ। ਅਸੀਂ ਸੰਘਰਸ਼ 'ਚ ਬੈਠੇ ਹਾਂ ਤੇ ਉਹ ਵਿਚਾਰੇ ਜੇ ਅਸੀਂ ਹਰ ਰੋਜ਼ ਸਾਨੂੰ ਕਵਰ ਕਰਦੇ ਆ ਜੀ, ਆ ਕੇ ਧੁੱਪ ਹੋਵੇ ਛਾਂ ਹੋਵੇ ਵੀਡੀਓ ਵਿਚਾਰੇ ਆਉਂਦੇ ਆ ਜੀ। ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਸਾਰੇ ਮੀਡੀਆ ਵਾਲਿਆਂ ਦਾ, ਭਾਵੇਂ ਉਹ ਸੋਸ਼ਲ ਮੀਡੀਆ ਆ ਭਾਵੇਂ ਉਹ ਪੇਪਰ ਮੀਡੀਆ ਜੀ, ਸਾਰੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੀ। ਬਬਨ, ਤੁਹਾਡੀ ਇਹ ਜਿਹੜੀ ਲੜਾਈ ਹੈ, ਤੁਸੀਂ ਕਹਿੰਦੇ ਸਾਨੂੰ ਸਾਮੀਆਂ ਖਾਲੀ ਪਈਆਂ ਨੇ ਜਿਹੜੀਆਂ ਉਹ ਭਰੀਆਂ ਜਾਣ, ਕਿਉਂਕਿ ਕਾਬਿਲ ਯੂਥ, ਐਜੂਕੇਟਡ ਯੂਥ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਪੜ੍ਹਿਆ ਆ, ਉਹਨਾਂ ਨੂੰ ਵੀ ਜੌਬਸ ਦੀ ਸਾਈਮਲਟੇਨੀਅਸਲੀ ਜ਼ਰੂਰਤ ਹੈ ਔਰ ਸਾਡੇ ਪੰਜਾਬ ਦੀਆਂ ਸਾਮੀਆਂ ਖਾਲੀ ਨੇ, ਤੁਸੀਂ ਕਹਿੰਦੇ ਭਰੀਆਂ ਜਾਣ। ਕੀ ਇਹ ਜਿਹੜੀ ਤੁਹਾਡੀ ਲੜਾਈ ਹੈ ਸਿਰਫ ਅਸਾਮੀਆਂ ਭਰਾਉਣ ਦੀ ਲੜਾਈ ਹੈ ਜਾਂ ਇਹ ਇੱਕ ਸਿਸਟਮ ਨੂੰ ਚੈਲੰਜ ਹੈ ਜਾਂ ਸਿਸਟਮ ਨੂੰ ਕਰੈਕਟ ਕਰਨ ਦੀ ਲੜਾਈ ਹੈ? ਕਿਉਂਕਿ ਕਿੰਨੇ ਕੁ ਵਾਰ ਕੀ ਹਰ ਸਾਲ ਹੀ ਆਪਣੇ ਸਟੂਡੈਂਟ ਜਿਹੜੇ ਨੇ ਬਾਰ-ਬਾਰ ਪ੍ਰੋਟੈਸਟ ਕਰਿਆ ਕਰਨਗੇ ਤਾਂ ਜਾ ਕੇ ਕਿਤੇ ਨੌਕਰੀ ਮਿਲਿਆ ਕਰੇਗੀ? ਦੈਟ ਜਾਂ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਟੂਡੈਂਟਸ ਵਾਂਟਸ ਟੂ ਚੇਂਜ ਦਾ ਸਿਸਟਮ, ਵਾਂਟਸ ਟੂ ਮੇਕ ਦਾ ਗਵਰਨਮੈਂਟ ਅਵੇਅਰ ਅਬਾਊਟ ਦਿਸ? ਜਿਵੇਂ ਕਿ ਤੁਸੀਂ ਕਿਹਾ ਵੀ ਇਹ ਇਕੱਲੀ ਅਸਾਮੀਆਂ ਦੀ ਗੱਲ ਨਹੀਂ, ਇਹ ਇਕੱਲੀਆਂ ਨੌਕਰੀਆਂ ਦੀ ਗੱਲ ਨਹੀਂ, ਇਹ ਸੱਚੀ ਇੱਕ ਪੰਜਾਬ ਨੂੰ ਬਚਾਉਣ ਦੀ ਗੱਲ ਹੈ। ਤੁਹਾਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਲੈਵਲ ਦੀ ਉਹਦੇ ਸਤਰ ਦੀ ਗੱਲ ਦੱਸਦਾ ਜੀ। ਮੈਂ ਪ੍ਰੈਸਟੀਜੀਅਸ ਯੂਨੀਵਰਸਿਟੀ ਦਾ ਵਰਡ ਆ, ਤੁਸੀਂ ਕਿਤੇ PhD ਦਾ ਨਾਂ ਲੈ ਦਿਓਗੇ ਨਾ ਦੁਨੀਆ ਦੇ ਕਿਸੇ ਵੀ ਕੋਨੇ ਤੇ ਇਸ ਯੂਨੀਵਰਸਿਟੀ ਨੂੰ ਜਾਣਿਆ ਜਾਂਦਾ ਜੀ। ਇਹ ਜਿਹੜੇ ਇੱਥੋਂ ਦੇ ਪਾਸ ਆਊਟ ਐਲੂਮੀਨੇ ਬਹੁਤ ਹੀ ਜ਼ਿਆਦਾ, ਮਤਲਬ ਆਲ ਓਵਰ ਵਰਲਡ ਦੇ ਵਿੱਚ ਇੰਨਾ ਕੁ ਨਾਂ ਆ ਵੀ ਆਲ ਆਰ ਇਮੋਸ਼ਨਲੀ ਅਟੈਚਡ ਵਿਦ ਇਟ। ਤੇ ਗੱਲ ਸਿਰਫ ਅਸਾਮੀਆਂ ਦੀ ਨਹੀਂ, ਗੱਲ ਪੰਜਾਬ ਨੂੰ ਬਚਾਉਣ ਦੀ ਆ। PhD ਦੇ ਜਿਹੜੇ ਸਟੂਡੈਂਟਸ ਆ ਨਾ, ਉਹਨਾਂ ਕੋਲ ਮੌਕੇ ਬਹੁਤ ਹੁੰਦੇ ਆ। BSc ਕਰਕੇ ਉਹਨਾਂ ਕੋਲ ਓਪਰਚੁਨਿਟੀ ਹੁੰਦੀ ਹੈ ਵੀ ਉਹ ਬਾਹਰ ਜਾ ਸਕਦੇ ਆ ਵਿਦ ਫੁੱਲ ਫਲੈਜ ਫੈਲੋਸ਼ਿਪ ਸਕਾਲਰਸ਼ਿਪ। ਉਹਨਾਂ ਨੂੰ ਸਿਰਫ ਟਿਕਟ ਦੇ ਪੈਸੇ ਲੱਗਦੇ ਜੀ। ਅਮਰੀਕਾ, ਕੈਨੇਡਾ, ਆਸਟ੍ਰੇਲੀਆ ਉਹ ਸਾਰੇ ਤੁਹਾਨੂੰ ਬੁਲਾ ਰਹੇ ਆ ਤੁਸੀਂ ਆਓ। MSc ਕਰਕੇ ਹੋਰ ਓਪਰਚੁਨਿਟੀਜ਼ ਜ਼ਿਆਦਾ ਵੱਧ ਜਾਂਦੀਆਂ ਜੀ। ਜਦੋਂ ਤੁਸੀਂ PhD ਕਰ ਲੈਂਦੇ ਹੋ ਤੁਹਾਡੇ ਕੋਲ ਬਹੁਤ ਓਪਰਚੁਨਿਟੀਜ਼ ਆ। ਗੱਲ ਸਿਰਫ ਇੱਕ ਇਮੋਸ਼ਨਲ ਅਟੈਚਮੈਂਟ ਦੀ ਆ। ਜਿਹੜੇ ਇੱਥੇ ਸਟੂਡੈਂਟਸ ਪ੍ਰੋਟੈਸਟ 'ਤੇ ਬੈਠੇ ਆ ਉਹਨਾਂ ਦੀ ਪੰਜਾਬ ਨਾਲ ਇਮੋਸ਼ਨਲ ਅਟੈਚਮੈਂਟ ਲਾ ਲਓ ਜਾਂ ਉਹਨਾਂ ਦੀ ਯੂਨੀਵਰਸਿਟੀ ਦੇ ਨਾਲ ਇਮੋਸ਼ਨਲ ਅਟੈਚਮੈਂਟ ਲਾ ਲਓ। ਗੱਲ ਕਦੀ ਰੋਟੀ ਦਾ ਮਸਲਾ ਤਾਂ ਹੈਗਾ ਹੀ ਹੈਗਾ, ਰੋਜ਼ਗਾਰ ਦਾ ਮਸਲਾ ਤਾਂ ਹੈਗਾ ਹੀ ਹੈਗਾ ਵੀ ਰੋਟੀ ਭੁੱਖੇ ਢਿੱਡ ਦਾ ਖੰਡੇ ਵੀ ਨਹੀਂ ਵੱਜਦੇ, ਉਹ ਗੁਰੂ ਸਾਹਿਬ ਨੇ ਵੀ ਕਿਹਾ। ਪਰ ਗੱਲ ਆ ਵੀ ਓਪਰਚੁਨਿਟੀਜ਼ ਬਹੁਤ ਆ, ਪਰ ਗੱਲ ਆ ਪੰਜਾਬ ਨੂੰ ਬਚਾਉਣ ਦੀ। ਜੇ ਹੁਣ ਗੱਲ ਸੁਣੋ, ਸਤੰਬਰ ਇਨਟੇਕ ਆ ਰਹੀ ਹੈ, ਠੀਕ ਆ। ਪਾਸਪੋਰਟ ਦਫ਼ਤਰਾਂ 'ਚ ਮਨਵੀਰ ਤੁਸੀਂ ਦੇਖਦੇ ਹੋ ਵੀ ਸਾਰੇ ਭਰੇ ਹੋਏ ਆ ਜੀ, ਹਰ ਬੰਦੇ ਦਾ ਪਾਸਪੋਰਟ ਬਣਿਆ ਹੋਇਆ। ਲੋਕੀ ਜਾਣ ਨੂੰ ਕਾਹਲੇ ਆ। ਕੋਈ ਨਾ ਕੋਈ ਕਮੀ ਤਾਂ ਹੈਗੀ ਆ ਲੀਡਰਸ਼ਿਪ ਦੇ ਵਿੱਚ, ਕੋਈ ਨਾ ਕੋਈ ਕਮੀ ਤਾਂ ਇਸ ਸਿਸਟਮ ਦੇ ਵਿੱਚ ਹੈਗੀ ਆ। ਸੋ ਜਿਹੜਾ ਇਹ ਪ੍ਰੋਟੈਸਟ ਹੈ ਸਿਸਟਮ ਦੇ ਖਿਲਾਫ, ਥੋੜ੍ਹਾ ਜਿਹਾ ਸਿਸਟਮ ਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨੂੰ ਕਲੈਰੀਫਾਈ ਟਰਾਂਸਪੇਰੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਰਕਾਰ ਨੂੰ ਇਹ ਗੱਲ ਦਾ ਪਤਾ ਲੱਗੇ ਕਿ ਇਹ ਜਿਹੜੇ ਮੁੰਡੇ ਬੈਠੇ ਇਕੱਲੇ ਅਸਾਮੀਆਂ ਲਈ, ਮਤਲਬ ਬੱਚੇ ਬੈਠੇ ਇਕੱਲੇ ਅਸਾਮੀਆਂ ਕਢਾਉਣ ਲਈ ਨਹੀਂ ਬੈਠੇ। ਕੋਈ ਨਾ ਕੋਈ ਗੱਲ ਤਾਂ ਹੈਗੀ ਆ ਜਿਹੜੀ ਯੂਥ ਨੂੰ ਪ੍ਰੋਬਲਮ ਕਰ ਰਹੀ ਹੈ, ਜਿਹੜੀ ਉਹਨਾਂ ਨੂੰ ਡਰਾ ਰਹੀ ਹੈ ਵੀ ਹਾਂ ਜੇ ਪੰਜਾਬ ਦਾ ਯੂਥ ਚਲਾ ਗਿਆ ਤੇ ਪਿੱਛੋਂ ਕਬਜ਼ਾ ਕਿ ਨਹੀਂ ਕਰਨਾ। ਆਪਾਂ ਦੁਆਬੇ ਨੇ ਵੇਖਦੇ ਆ ਵੀ ਸਾਰੇ ਘਰ ਹੀ ਖਾਲੀ ਹੋਏ ਪਏ ਤੇ ਉਹ ਆ ਕੇ ਬਾਹਰ ਦੇ ਪ੍ਰਵਾਸੀ ਰਹੀ ਜਾਂਦੇ ਆ। ਤੇ ਇਹ ਹਾਲ ਬਹੁਤ ਡਰ ਲੱਗਦਾ ਮੈਨੂੰ ਇੱਥੇ ਵੀ ਇਹ ਕੰਮ ਇੱਥੇ ਨਾ ਹੋ ਜਾਵੇ। ਤੁਹਾਡੀਆਂ ਮੰਗਾਂ ਨੇ ਕਿ ਅਸਾਮੀਆਂ ਭਰੀਆਂ ਜਾਣ, ਔਰ ਜਿਹੜੀਆਂ ਅਸਾਮੀਆਂ ਨੇ ਉਹਨਾਂ ਦੇ ਨਾਮ ਬੜੇ ਵਧੀਆ ਲੱਗੇ ਨੇ ਮੈਨੂੰ। ਖੇਤੀਬਾੜੀ ਡਿਵੈਲਪਮੈਂਟ ਆਫਿਸਰ, ਹਾਰਟੀਕਲਚਰ ਡਿਵੈਲਪਮੈਂਟ ਆਫਿਸਰ, ਸੋਇਲ ਕੰਜ਼ਰਵੇਟਿਵ ਆਫਿਸਰ। ਕੀ ਇਹ ਅਸਾਮੀਆਂ ਹਜੇ ਤੱਕ ਪੰਜਾਬ 'ਚ ਭਰੀਆਂ ਨਹੀਂ ਗਈਆਂ ਹੈਗੀਆਂ? 1000 ਵੈਕੈਂਸੀਆਂ ਦੀ ਅਸੀਂ ਬੰਦ ਕਰ ਰਹੇ ਹਾਂ। ਤੁਹਾਨੂੰ ਮੈਂ ਛੋਟੀ ਜਿਹੀ ਬਰੀਫ ਡਾਟਾ ਦੇਊਂਗਾ। 934 ਪੋਸਟਾਂ ਸੈਂਕਸ਼ਨਡ ਪੋਸਟਾਂ ਨੇ ਐਗਰੀਕਲਚਰ ਡਿਵੈਲਪਮੈਂਟ ਆਫਿਸਰ ਦੀ। ਜਿਹੜੀ ADO ਦੀ ਪੋਸਟ ਆ, ਇੱਕ ਪ੍ਰੈਸਟੀਜੀਅਸ ਪੋਸਟ ਮੰਨੀ ਜਾਂਦੀ ਹੈ ਐਗਰੀਕਲਚਰ ਡਿਵੈਲਪਮੈਂਟ, ਜਿਹੜੀ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ। ਸੋ 934 ਸੈਂਕਸ਼ਨ ਪੋਸਟ ਹੈ, ਜਿਹਦੇ 'ਚੋਂ 501 ਪੋਸਟ ਖਾਲੀ ਪਈ ਹੈ।
ਤੇ ਜੇ ਤੁਸੀਂ ਹਿਸਾਬ ਲਓ ਐਨਾਲਾਈਸਿਸ ਕਰ ਲਓ ਕਿ 60% ਪੋਸਟ ਖਾਲੀ ਪਈ ਆ, ਜੇ ਉਹ ਯੂਨੀਵਰਸਿਟੀ ਦੀ ਸਿਫਾਰਸ਼ਾਂ ਨੂੰ ਫਾਰਮਰ ਤੱਕ ਲਿਜਾਉਣ ਵਾਲੇ ਐਗਰੀਕਲਚਰ ਟੈਕਨੋਕ੍ਰੇਟ ਦੀ 50% ਭਰਤੀ ਵੀ ਖਾਲੀ ਪਈ ਆ, ਤੇ ਉਹ ਫਾਰਮਰ ਦਾ ਲੈਵਲ ਕੀ ਹੋ ਗਿਆ। ਆਪਾਂ ਰੌਲਾ ਪਾਉਂਦੇ ਹਾਂ ਨਰਮਾ ਗਲਾ ਵੀ ਠੰਡੀ ਹੈਗੀ, ਖੇਤੀ ਔਖੀ ਹੈਗੀ, ਉਹ ਇੱਕ ਕਾਰਨ ਆ, ਮੇਜਰ ਕਾਰਨ ਹੈ। ਇਕੱਲੇ ਰੋਜ਼ਗਾਰ ਕਾਰਨ ਨਹੀਂਗਾ ਪੰਜਾਬ ਨੂੰ ਬਚਾਉਣ ਦਾ, ਪੰਜਾਬ ਦੀ ਖੇਤੀ ਨੂੰ ਬਚਾਉਣ ਦਾ। ਇਹ ਪ੍ਰੋਟੈਸਟ ਦਾ ਇਹ ਮੇਜਰ ਬੇਸ ਆ। ਇਹ ਮਾਲਵੇ ਇਲਾਕੇ 'ਚ ਜਾ ਵੜੋ ਤਾਂ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣਾ ਜੀ, ਝਨੀਰ ਬਲਾਕ ਮਾਨਸਾ ਦੇ ਵਿੱਚ। ਝਨੀਰ ਬਲਾਕ ਦੇ ਵਿੱਚ 82 ਪਿੰਡ ਪੈਂਦੇ ਆ। ਇਟ ਹੈਜ਼ 0 ਐਗਰੀਕਲਚਰ ਡਿਵੈਲਪਮੈਂਟ ਆਫਿਸਰ। ਬੁਢਲਾਡਾ ਬਲਾਕ ਦੀ ਗੱਲ ਕਰ ਲਓ ਜੀ, ਮਾਨਸਾ ਦੇ ਪਿੰਡ 99 ਦੀ ਬੈਲਟ ਮੰਨੀ ਜਾਂਦੀ ਹੈ ਜੀ। ਉਹ ਕਿੰਨੇ ਏਰੀਆ ਜੀ? 2। ਸੀਐਮ ਸਾਹਿਬ ਗੱਲ ਕਰਦੇ ਆ, ਠੀਕ ਹੈ। ਮੈਂ ਐਕਚੁਅਲੀ ਸੁਖਬੀਰ ਬਾਦਲ ਜੀ ਆਏ ਇੱਥੇ, ਮੈਂ ਸਾਰਿਆਂ ਨੂੰ ਜੋ ਵੀ ਗੱਲ ਰਿਐਲਿਟੀ ਉਹਨਾਂ ਨੂੰ ਦੱਸੀ ਵੀ ਹਾਂ ਤੁਹਾਡੇ ਦੇ ਇਹ ਹੋਇਆ ਸੀਗਾ ਵੀ ਢਿੱਲੋਂ ਜੀ ਆਏ ਕੋਲ। ਆਪਾਂ ਯਾਰ ਯੂਥ ਆ ਨਾ, ਸਾਨੂੰ ਜੇ ਆਪਾਂ ਹੀ ਚੁੱਪ ਕਰ ਰਹਿ ਜਾਂਗੇ, ਜੇ ਆਪਾਂ ਹੀ ਨਾ ਬੋਲਾਂਗੇ ਵੀ ਹਾਂ, ਡਰ ਨਹੀਂ ਹੋਣਾ ਚਾਹੀਦਾ ਜੀ। ਤੇ ਡਰ ਇੱਥੇ ਸਾਡੇ ਸਟੂਡੈਂਟਸ ਦੇ ਵਿੱਚ ਹੈ ਵੀ ਨਹੀਂ। ਠੀਕ ਹੈ ਜੀ, ਹੁਣ ਹੀ ਨਾ ਬੋਲੇ ਦੱਬ ਗਏ ਤੇ ਉਸ ਤੋਂ ਬਾਅਦ ਫਿਰ ਬੋਲਣ ਜੋਗੇ ਰਹਿਣਾ ਵੀ ਨਹੀਂ ਕਿਸੇ ਨੇ। ਤੁਹਾਨੂੰ ਸੀਐਮ ਸਾਹਿਬ ਦੀ ਗੱਲ ਦੱਸ ਰਿਹਾ ਸੀਗਾ ਵੀ ਉਹ ਆਂਦੇ ਵੀ ਅਸੀਂ ਲੀਚੀ ਐਕਸਪੋਰਟ ਕਰਾਂਗੇ, ਹੈ ਨਾ। ਲੀਚੀ ਦੀ ਉਹਨਾਂ ਨੇ ਗੱਲ ਕੀਤੀ ਵੀ ਅਸੀਂ ਮਾਰਕੀਟ ਦੇ ਥਰੂ ਅਸੀਂ ਬਾਹਰ ਐਕਸਪੋਰਟ ਕਰਾਂਗੇ, ਵੀ ਜਿਹੜੀ ਪੰਜਾਬ ਦੀ ਲੀਚੀ ਆਲ ਓਵਰ ਵਰਲਡ ਜਾਊਗੀ। ਉਹ ਛੋਟੀ ਜਿਹੀ ਮਨਵੀਰ ਐਗਜ਼ਾਮਪਲ ਦੇਣਾ, ਲੀਚੀ ਸਟੇਟ ਮੰਨੀ ਜਾਂਦੀ ਹੈ ਜੀ ਗੁਰਦਾਸਪੁਰ ਤੇ ਪਠਾਨਕੋਟ ਵਾਲਾ ਇਲਾਕਾ ਹੈ ਜੀ। ਗੁਰਦਾਸਪੁਰ ਵਾਲਾ ਇਲਾਕਾ ਤੇ ਪਠਾਨਕੋਟ ਵਾਲਾ ਇਲਾਕਾ ਉਹ ਮੇਨ ਲੀਚੀ ਸਟੇਟ ਹੈ ਜੀ। ਤੇ ਤੁਸੀਂ ਸਰਪ੍ਰਾਈਜ਼ ਹੋਵੋਗੇ ਮਨਵੀਰ ਜਾਣ ਕੇ, ਸਿਰਫ 2 HDO ਮਤਲਬ ਹਾਰਟੀਕਲਚਰ ਡਿਵੈਲਪਮੈਂਟ ਅਫਸਰ ਸਿਰਫ 2। ਫਾਜ਼ਿਲਕਾ ਇਲਾਕਾ, ਮੈਂ ਜਲਾਲਾਬਾਦ ਹਲਕੇ ਤੋਂ ਆਉਣਾ ਜੀ, ਮੈਨੂੰ ਡਿਸਟ੍ਰਿਕਟ ਫਾਜ਼ਿਲਕਾ ਮਿਲਦਾ। ਉਹਦੇ ਵਿੱਚ ਇੱਕ ਅਬੋਹਰ ਸ਼ਹਿਰ ਹੈ ਜੀ, ਜਿਹਨੂੰ ਕੀਨੂ ਦਾ ਗੜ੍ਹ ਮੰਨਿਆ ਜਾਂਦਾ। 22 ਹਾਰਟੀਕਲਚਰ ਡਿਵੈਲਪਮੈਂਟ ਅਫਸਰ ਦੀਆਂ ਪੋਸਟਾਂ ਸੈਂਕਸ਼ਨ ਰਹੀ। ਸੈਂਕਸ਼ਨ ਸਮਝਣ ਦੀ ਗੱਲ ਹੈ ਜੀ, ਇੱਕ ਤਾਂ ਸੈਂਕਸ਼ਨ ਪੋਸਟਾਂ ਹੋਣਗੀਆਂ ਜਿਹੜੀ ਸਰਕਾਰ ਵੱਲੋਂ ਮਨਜ਼ੂਰ ਨੇ, ਕਿ ਸਾਨੂੰ ਕੋਈ ਨਿਊ ਪੋਸਟ ਕ੍ਰੀਏਟ ਕਰਨ ਦੀ ਲੋੜ ਨਹੀਂ। ਦੀਜ਼ ਆਰ ਦੀ ਸੈਂਕਸ਼ਨ ਪੋਸਟ ਬਾਈ ਦੀ ਗਵਰਨਮੈਂਟ। ਉਹਦੇ 'ਚ ਫਾਜ਼ਿਲਕਾ ਦੇ ਵਿੱਚ 22 ਪੋਸਟਾਂ ਸੈਂਕਸ਼ਨ ਨੇ ਹਾਰਟੀਕਲਚਰ ਡਿਵੈਲਪਮੈਂਟ ਅਫਸਰ ਦੀਆਂ, ਸਿਰਫ 7 ਬੰਦੇ ਕੰਮ ਕਰ ਰਹੇ ਨੇ। ਤੇ ਅਸੀਂ ਗੱਲ ਕਰੀ ਜਾਂਦੇ ਹਾਂ ਕ੍ਰੌਪ ਡਿਵਰਸੀਫਿਕੇਸ਼ਨ ਦੀ, ਅਸੀਂ ਗੱਲ ਕਰ ਰਹੇ ਹਾਂ ਵੀ ਜਿਹੜੇ ਝੋਨੇ ਕਣਕ ਦੇ ਚੱਕਰ ਤੋਂ ਕੱਢ ਕੇ ਅਸੀਂ ਉਹਨਾਂ ਨੂੰ ਫਰੂਟਸ ਵਾਲੇ ਲੈ ਕੇ ਜਾਣਾ, ਕਿਵੇਂ ਲੈ ਕੇ ਜਾਊਗੀ? ਕੋਈ ਨਾ ਕੋਈ ਐਗਰੀਕਲਚਰ ਟੈਕਨੋਕ੍ਰੇਟ ਤਾਂ ਚਾਹੀਦਾ ਨਾ, ਜਿਹੜਾ ਫਾਰਮਰਸ ਨੂੰ ਦੱਸੇ। ਇਹ ਫਾਰਮਰ ਐਕਸਪੈਰੀਮੈਂਟ ਥੋੜ੍ਹਾ ਨਾ ਕਰੂਗਾ। ਇਸੇ ਕਾਰਨ ਕਰਕੇ ਅਬੋਹਰ ਦੇ ਵਿੱਚ ਐਟ ਪ੍ਰੈਜ਼ੈਂਟ ਪਿਛਲੇ 3 ਮਹੀਨਿਆਂ ਦਾ ਡਾਟਾ 1000 ਏਕੜ ਕਿੱਲੋ ਦਾ ਪੱਟਿਆ ਗਿਆ। ਦੱਸੋ ਜੀ, ਉਹ ਪ੍ਰੋਡਕਸ਼ਨ ਘਟੀ। ਜਦੋਂ ਪ੍ਰੋਡਕਸ਼ਨ ਘਟੀ ਤੇ ਫਿਰ ਜਦੋਂ ਤੁਹਾਨੂੰ ਪਤਾ ਪ੍ਰੋਡਿਊਸ ਹੀ ਘੱਟ ਗਈ ਤੇ ਉਹ ਕੋਸਟ ਕਿੱਥੇ ਜਾਣੀ ਹੈ ਜੀ? ਗਰੀਬਾਂ ਦਾ ਤਾਂ ਕਿੰਨੂ ਖਾਣੋਂ ਰਹਿ ਜਾਊਗਾ ਜੀ। ਇਹ ਹੋਊਗਾ, ਤੁਸੀਂ ਦੇਖ ਲਿਓ ਆਉਣ ਵਾਲੇ ਸਮੇਂ ਦੇ ਵਿੱਚ। ਜਿਹੜੇ ਐਗਰੀਕਲਚਰ ਡਿਵੈਲਪਮੈਂਟ ਆਫਿਸਰ ਹੁੰਦੇ ਨੇ, ਇਹਨਾਂ ਦਾ ਬੇਸਿਕਲੀ ਕੰਮ ਕੀ ਹੁੰਦਾ? ਜਿਹੜੀਆਂ ਵੀ ਤੁਸੀਂ ਇਹ ਹਾਰਟੀਕਲਚਰ ਡਿਵੈਲਪਮੈਂਟ ਆਫਿਸਰ ਐਂਡ ਐਗਰੀਕਲਚਰ ਡਿਵੈਲਪ, ਕੀ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਕਿਸਾਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹੋ ਔਰ ਖੇਤੀਬਾੜੀ ਨੂੰ, ਬਾਗਬਾਨੀ ਨੂੰ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਕਰਦੇ ਹੋ, ਕਿ ਸਿਰਫ ਦਫ਼ਤਰ ਮਿਲ ਜਾਣੇ ਆ ਔਰ ਦਫ਼ਤਰਾਂ 'ਚ ਬੈਠੇ ਰਹਿਣਾ ਔਰ ਏਸੀਆਂ 'ਚੋਂ ਬਾਹਰ ਨਹੀਂ ਨਿਕਲਦੇ? ਕੀ ਕੰਮ ਹੁੰਦਾ? ਵੀਰ, ਜੇ ਆਪਾਂ ਕਹੀਏ ਵੀ 100% ਤਾਂ ਨਾ ਤਾਂ ਕੋਈ ਸਿਆਸਤਦਾਨ ਸਾਫ਼ ਆ, ਤੇ 100% ਸਟੂਡੈਂਟਸ ਵੀ ਪੜ੍ਹਨ ਵਾਲੇ ਨਹੀਂ ਹੁੰਦੇ, ਤੇ 100% ਟੀਚਰ ਵੀ ਪੜ੍ਹਾਉਣ ਵਾਲੇ ਨਹੀਂ ਹੁੰਦੇ। ਤੇ ਉਹੀ ਗੱਲ ਖੇਤੀਬਾੜੀ ਮਹਿਕਮੇ ਦੀ, ਆਪਾਂ ਸਾਰਿਆਂ ਨੂੰ ਇੱਕੋ ਤਕੜੀ 'ਚ ਤੋਲ ਨਹੀਂ ਸਕਦੇ। ਕੁਛ ਚੰਗੇ ਹੁੰਦੇ ਆ, ਕੁਛ ਮਾੜੇ। ਚਲੋ ਇਹਨਾਂ ਦੀ ਗੱਲ ਨਹੀਂ ਆਪਾਂ ਕਰਦੇ, ਮੈਂ ਤੁਹਾਨੂੰ ਪੋਸਟਾਂ ਦੀ ਗੱਲ ਦੱਸਦਾ ਜੀ। ਖੇਤੀਬਾੜੀ ਐਗਰੀਕਲਚਰ ਡਿਵੈਲਪਮੈਂਟ ਅਫਸਰ ਦੀ ਪੋਸਟ ਹੈ ਜੀ, ਇਹ ਖੇਤੀਬਾੜੀ ਨਾਲ ਰਿਲੇਟਡ ਪੋਸਟ ਆ। HDO ਬਾਗਬਾਨੀ ਵਿਕਾਸ ਅਫਸਰ, ਹਾਰਟੀਕਲਚਰ ਡਿਵੈਲਪਮੈਂਟ ਅਫਸਰ, ਇਹ ਰਿਲੇਟ ਕਰਦੀ ਹੈ ਬਾਗਬਾਨੀ ਦੇ ਨਾਲ, ਜਿਹਨੂੰ ਆਪਾਂ ਫਰੂਟਸ ਕਹਿ ਦਿੰਦੇ ਹਾਂ, ਵੈਜੀਟੇਬਲਸ ਕਹਿ ਦਿੰਦੇ ਹਾਂ, ਫਲੋਰੀਕਲਚਰ ਕਹਿ ਦਿੰਦੇ ਹਾਂ। ਤੀਜੀ ਪੋਸਟ ਦਾ ਅਸੀਂ ਨਾਲ ਹੈ ਸੋਇਲ ਕੰਜ਼ਰਵੇਸ਼ਨ ਆਫਿਸਰ। ਇਹ ਡੀਲ ਕਰਦੀ ਆ ਪਾਣੀ ਦੇ ਨਾਲ, ਮਿੱਟੀ ਦੇ ਨਾਲ। ਸੋਇਲ ਡਿਪਲੀਟ ਹੋ ਰਹੀ ਹੈ, ਪਾਣੀ ਲੈਵਲ ਥੱਲੇ ਜਾ ਰਿਹਾ ਹੈ, ਉਹਦੇ ਨਾਲ। ਇਹ ਸਾਰੇ ਆਫਿਸਰਸ ਨੇ ਨਾ ਜੀ ਮਨਵੀਰ, ਇਹ ਐਜ਼ ਆ ਇੰਟਰਮੀਡੀਏਟ ਕੰਮ ਕਰਦੇ ਆ ਕਿਹਦੇ ਵਿੱਚ? ਯੂਨੀਵਰਸਿਟੀ ਦੇ ਵਿੱਚ ਤੇ ਫਾਰਮਰ ਦੇ ਵਿੱਚ। ਜਿਹੜੀਆਂ ਯੂਨੀਵਰਸਿਟੀ ਦੇ ਸਿਫਾਰਸ਼ਾਂ ਨੇ ਉਹ ਫਾਰਮਰ ਤੱਕ ਕੌਣ ਲੈ ਕੇ ਜਾਂਦਾ? ਇੱਕ ADO ਲੈ ਕੇ ਜਾਂਦਾ, ਇੱਕ HDO ਲੈ ਕੇ ਜਾਂਦਾ, ਇੱਕ ਸੋਇਲ ਕੰਜ਼ਰਵੇਸ਼ਨ ਅਫਸਰ ਲੈ ਕੇ ਜਾਂਦਾ। ਜੋ ਗੌਰਮੈਂਟ ਦੀਆਂ ਸਕੀਮਾਂ ਨੇ ਉਹ ਕੌਣ ਜਾਣੂ ਕਰਾਉਂਦਾ? ਇਹ ਅਫਸਰ ਜਾਣੂ ਕਰਾਉਂਦੇ। ਹੁਣ ਉਹ ਜੇ ਆਪਾਂ ਕਹਿ ਦਿੰਦੇ ਹਾਂ ਕਿ ਫਾਰਮਰ ਤੱਕ ਉਹ ਨੌਲੇਜ ਹੈ ਨਹੀਂ, ਫਾਰਮਰਸ ਤੱਕ ਉਹ ਇਨਫੋਰਮੇਸ਼ਨ ਹੈ ਨਹੀਂ, ਦਿਸ ਇਜ਼ ਡਿਊ ਟੂ ਦੀ ਲੈਕ ਆਫ ਦਿਸ ਐਗਰੀਕਲਚਰ ਟੈਕਨੋਕ੍ਰੇਟ। ਉਹਨਾਂ ਦੀ ਭਰਤੀ ਹੈ ਤਾਂ ਟੈਕਨੋਕ੍ਰੇਟਸ ਦੀ ਕਮੀ ਹੈ। ਈਵਨ ਯੂਨੀਵਰਸਿਟੀ ਨੂੰ ਸਾਂਭਣ ਦੇ ਲਈ ਵੀ ਟੈਕਨੋਕ੍ਰੇਟ ਨਹੀਂ ਹੈਗੇ। ਐਗਰੀਕਲਚਰ ਐਕਸਪਰਟ VC ਹੋਣੇ ਚਾਹੀਦੇ ਆ, ਇੱਕ ਵਧੀਆ ਐਡਮਿਨਿਸਟ੍ਰੇਟਰ ਹੋਣੇ ਚਾਹੀਦੇ ਆ, ਜਦ ਕਿ ਬਿਊਰੋਕਰੇਟਸ ਨੂੰ ਹੀ ਤੁਹਾਡੀ ਯੂਨੀਵਰਸਿਟੀ ਦਾ ਵਾਧੂ ਚਾਰਜ ਦਿੱਤਾ ਹੋਇਆ। ਮਤਲਬ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਕ ਸਿਰਮੌਰ ਸੰਸਥਾ ਦਾ ਵਾਧੂ ਚਾਰਜ ਬਿਊਰੋਕਰੇਟ ਨੂੰ ਦਿੱਤਾ ਹੋਇਆ, ਔਰ ਉਹ ਵਾਧੂ ਸਮਝ ਕੇ ਚਲਾ ਰਹੇ ਹੋਣਗੇ। ਤੁਹਾਡੇ ਅੰਦਰਲੀ ਐਡਮਿਨਿਸਟ੍ਰੇਸ਼ਨ ਕਿਵੇਂ ਆ? ਤੁਹਾਡੀ ਪੜ੍ਹਾਈ ਕਿਵੇਂ ਆ? ਤੁਹਾਡੀ ਰਿਸਰਚ, ਤੁਹਾਡੀ ਖੋਜ ਸੰਸਥਾਨ ਜਿਹੜੇ ਡਿਪਾਰਟਮੈਂਟ ਨੇ ਉਹ ਕਿਵੇਂ ਚੱਲਦੇ ਨੇ?
ਵੀਰ ਸਰਮਾਏਦਾਰ ਯੂਨੀਵਰਸਿਟੀ ਮੇਨ ਤਾਂ ਘਰ ਦਾ ਜਿਹੜਾ ਲਾਣੇਦਾਰ ਉਹ ਹੋਣਾ ਜ਼ਰੂਰੀ ਹੁੰਦਾ ਤੇ ਉਹ ਹੋਵੇ ਵੀ ਤੇ ਚੰਗਾ ਹੋਣਾ ਜ਼ਰੂਰੀ ਹੁੰਦਾ ਤੇ ਯੂਨੀਵਰਸਿਟੀ ਨਾਲ ਇਹੀ ਕੁਝ ਹੋ ਰਿਹਾ ਪਿਛਲੇ 13 ਮਹੀਨਿਆਂ ਤੋਂ ਪਹਿਲਾਂ ਦਾ ਵਾਈਸ ਚਾਂਸਲਰ ਜਿਹੜਾ ਪਿੱਛੇ 10 ਸਾਲ ਸੀਗਾ ਉਸ ਬੰਦੇ ਦਾ ਜਨਮ ਡਾਕਟਰ ਬਲਦੇਵ ਸਿੰਘ ਢਿੱਲੋਂ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ 80% ਭਰਤੀ ਬਾਹਰ ਦੀ ਹੈ ਯੂਨੀਵਰਸਿਟੀ ਦੇ ਵਿੱਚ ਇੱਕ ਬੱਲੋਵਰ ਸੌਂਪੜੀ ਪੀਏਯੂ ਦਾ ਇੱਕ ਕੈਂਪਸ ਖੁੱਲਿਆ ਨਵਾਂ ਜਿੱਥੇ ਉਹਨਾਂ ਨੇ ਬੀਐਸਸੀ ਐਗਰੀਕਲਚਰ ਕਰੋਨੀ ਸਟਾਰਟ ਕਰਾਈ ਹੈ ਉਹਦੇ ਵਿੱਚ 80% ਜਿਹੜਾ ਸਟਾਫ ਆ ਦੁਬਾਰਾ ਦੱਸੋ 80% ਸਟਾਫ ਕਿੱਥੋਂ ਦਾ ਹਿਮਾਚਲ ਦਾ ਰਾਈਟ ਅਸੀਂ ਇਹ ਨਹੀਂ ਕਹਿੰਦੇ ਹਿਮਾਚਲ ਵਾਲਿਆਂ ਨੂੰ ਭਰਤੀ ਨਾ ਕਰੋ ਜਾਂ ਉਹਨਾਂ ਨੂੰ ਇੱਕ ਪ੍ਰੋਪਰ ਪਰਸੈਂਟੇਜ ਹੋਣੀ ਚਾਹੀਦੀ ਹੈ ਵੀ ਜਿੱਥੇ ਤੁਸੀਂ ਉਹ ਪਰਸੈਂਟੇਜ ਦੇ ਹਿਸਾਬ ਨਾਲ ਉਹਨਾਂ ਬੰਦਿਆਂ ਨੂੰ ਰੱਖੋ ਕਿਉਂਕਿ ਗੱਲ ਕਲਚਰ ਦੀ ਆ ਇੱਕ ਪੰਜਾਬੀ ਬੰਦੇ ਨੂੰ ਸਾਡੇ ਇਮੋਸ਼ਨ ਜੁੜੇ ਆਪਾਂ ਸਮਝਾ ਸਕਦੇ ਹਾਂ ਗੱਲ ਹੈ ਕੀ ਕਲਚਰ ਨੂੰ ਸਮਝਦੇ ਆ ਤੁਸੀਂ ਇਸ ਮਿੱਟੀ ਨੂੰ ਸਮਝਦੇ ਆ ਇਹ ਸੇਮ ਗੱਲ ਮੈਂ ਹਿਮਾਚਲ ਜਾ ਕੇ ਕਿਦਾਂ ਉਹਨਾਂ ਦੇ ਕਲਚਰ ਨੂੰ ਸਾਨੂੰ ਟਾਈਮ ਮਿਲਦੀ ਆ ਅਸੀਂ ਵੀ ਛੇਤੀ ਜਾ ਕੇ ਨਹੀਂ ਉਹਨਾਂ ਦੇ ਕਲਚਰ ਨੂੰ ਸਮਝ ਨਹੀਂ ਸਕਦੇ ਓਕੇ ਤੇ ਡੀਨ ਡਾਇਰੈਕਟਰ ਦੀ ਪੋਸਟ ਵੇਖ ਲਓ ਡਾਇਰੈਕਟਰ ਐਕਸਟੈਂਸ਼ਨ ਦੀ ਪੋਸਟ ਆ ਡਾਇਰੈਕਟਰ ਸਟੂਡੈਂਟ ਵੈਲਫੇਅਰ ਦੀ ਪੋਸਟ ਆ ਡਾਇਰੈਕਟਰ ਰਿਸਰਚ ਦੀ ਪੋਸਟ ਦੇ ਆਲ ਐਡੀਸ਼ਨਲ ਚਾਰਜ ਦਿੱਤੇ ਹੋਏ ਉਹਨਾਂ ਦੇ ਕੋਈ ਪੱਕਾ ਬੰਦਾ ਨਹੀਂ ਲਾਇਆ ਗਿਆ ਜਦੋਂ BC ਨੇ ਨਹੀਂ ਰਜਿਸਟਰਾਰ ਸਾਹਿਬ ਨੇ ਵਾਈਸ ਚਾਂਸਲਰ ਸਾਹਿਬ ਦੀ ਪੋਸਟ ਉਹ ਸਰਬਜੀਤ ਸਿੰਘ ਜੀ ਨੇ ਐਫਸੀ ਚਲੋ ਠੀਕ ਹੈ ਜਿੰਨਾ ਕੋਈ ਕੰਮ ਹੁੰਦਾ ਬਿਊਰੋਕਰੇਟ ਕਰ ਸਕਦਾ ਬਟ ਉਹਦੇ ਕੋਲ ਇਕੱਲਾ ਕੰਮ ਯੂਨੀਵਰਸਿਟੀ ਦਾ ਨਹੀਂ ਉਹਨੇ ਹੋਰ ਪੰਜਾਬ ਦੇ ਬਹੁਤ ਕੰਮ ਕੀਤੇ ਉਹਨਾਂ ਦੇ ਹੋਰ ਭਾਰ ਬਹੁਤ ਗ੍ਰੀਨ ਰੈਵੋਲੂਸ਼ਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸੀਗਾ ਉਸ ਤੋਂ ਬਾਅਦ ਵੀ ਖੇਤੀਬਾੜੀ ਪ੍ਰਫੁੱਲਿਤ ਹੋਈ ਔਰ ਅੱਜ ਕਿਸਾਨਾਂ ਦੇ ਫਾਰਮਰ ਸੁਸਾਇਡ ਤੇ ਵੀ ਡਾਟਾ ਕੱਢ ਕੇ ਤੁਸੀਂ ਦਿੱਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਜਿਹੜੀਆਂ ਸਮੱਸਿਆਵਾਂ ਨੇ ਖੇਤੀਬਾੜੀ ਦੀਆਂ ਉਹ ਦੱਸੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਡੀਨ ਵੀ ਨਹੀਂ ਹੈ ਰਜਿਸਟਰਾਰ ਵੀ ਨਹੀਂ ਹੈ ਇੱਦਾਂ ਦੇ ਸਾਰੇ ਲਗਭਗ ਮੈਨੂੰ ਪਤਾ ਲੱਗਿਆ ਕਿ 15 ਵਿਭਾਗਾਂ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ ਪਰ ਮੈਂ ਤੁਹਾਡੇ ਕੋਲ ਇੱਥੇ ਜਾਣਨਾ ਚਾਹੁੰਦੀ ਹਾਂ ਕਿ ਤੁਹਾਡੇ ਕੋਲ ਇਸ ਟਾਈਮ ਕਾਂਗਰਸ ਦੇ ਲੀਡਰਸ ਵੀ ਆਏ ਅਕਾਲੀ ਦਲ ਦੇ ਲੀਡਰਸ ਵੀ ਆਏ ਤੁਹਾਨੂੰ ਸਪੋਰਟ ਮਿਲ ਰਹੀ ਹੈ ਠੀਕ ਹੈ ਸਾਡੇ ਪੰਜਾਬ ਦਾ ਯੂਥ ਸੰਘਰਸ਼ ਕਰ ਰਿਹਾ ਔਰ ਤੁਹਾਨੂੰ ਸਪੋਰਟ ਕਰ ਰਹੀਆਂ ਸਾਡੇ ਪੰਜਾਬ ਦੀਆਂ ਵਿਰੋਧੀ ਧਿਰਾਂ ਕੇ ਈਵਨ ਜਿਹੜੀ ਪੰਜਾਬ ਦੀ ਰਾਜ ਕਰਦਾ ਜਿਹੜੀ ਧਿਰ ਹੈਗੀ ਆ 92 ਸੀਟਾਂ ਵਾਲੀ ਉਹ ਵੀ ਤੁਹਾਡੀ ਮੁਲਾਕਾਤਾਂ ਉਹਨਾਂ ਨਾਲ ਹੋਈਆਂ ਕਿ ਇਹ ਸਾਰੇ ਸਵਾਲ ਤੁਸੀਂ ਖੁੱਲ ਕੇ ਉਹਨਾਂ ਅੱਗੇ ਰੱਖੇ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਜਿਹੜਾ ਇਹ ਮਾੜਾ ਹਾਲ ਹੈ ਜਾਂ ਜਿਹੜੀਆਂ ਸਾਮੀਆਂ ਭਰਨ ਵਾਲੀ ਕਮੀ ਰਹਿ ਗਈ ਆਪਣੇ ਕੋਲ ਇਹਦੇ ਲਈ ਮੌਜੂਦਾ ਸਰਕਾਰ ਹੀ ਨਹੀਂ ਪਿਛਲੀਆਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਨੇ ਫਿਰ ਆਪਾਂ ਗੱਲ ਕਰਾਂਗੇ ਕਿ ਮੌਜੂਦਾ ਸਰਕਾਰ ਦਾ ਕੀ ਇਹਦੇ ਵਿੱਚ ਕਸੂਰ ਆ ਪਹਿਲਾਂ ਮੈਂ ਉਹ ਵਿਰੋਧੀ ਧਿਰਾਂ ਦਾ ਐਂਗਲ ਵੀ ਲੈਣਾ ਚਾਹੁੰਦੀ ਕਿਉਂਕਿ ਉਹਨਾਂ ਨੇ ਇੱਕ ਸਿਸਟਮ ਨੂੰ ਕ੍ਰੀਏਟ ਕੀਤਾ ਉਹਨਾਂ ਨੇ ਅਣਗਹਿਲੀਆਂ ਕੀਤੀਆਂ ਜਿਹਦੇ ਨਾਲ ਸਾਡੇ ਏਦਾਂ ਦੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਰਗੀਆਂ ਪਟਿਆਲਾ ਯੂਨੀਵਰਸਿਟੀ ਵਰਗੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਰੁਲੀਆਂ ਨੇ ਮੈਂ ਤੁਹਾਨੂੰ ਦੱਸੂਗਾ ਕਿ ਪੁਆਇੰਟ ਦੱਸੂਗਾ ਜੀ ਜਿਹੜੀ ਹੋਈ ਤਾਂ ਜਦੋਂ ਇਹ ਪ੍ਰੋਟੈਸਟ ਸਟਾਰਟ ਕੀਤਾ ਸੀ ਗੁਰੂ ਸਾਹਿਬ ਦੀ ਹਾਜ਼ਰੀ ਚ ਅਰਦਾਸ ਕਰਾ ਕੇ ਸਟਾਰਟ ਕੀਤਾ ਸੀ ਤੇ ਸਾਡੇ ਨਾ ਸਾਰੇ ਸਟੂਡੈਂਟਸ ਨੂੰ ਵਿਸ਼ਵਾਸ ਗੁਰੂ ਸਾਹਿਬ ਤੇ ਵਿਸ਼ਵਾਸ ਹੀ ਇੰਨਾ ਕੁ ਸੀ ਤੇ ਉਹ ਕੰਮ ਬਹੁਤ ਵਧੀਆ ਚੱਲ ਰਿਹਾ ਜੀ ਸਾਰਾ ਬਾਦਲ ਸਾਹਿਬ ਆਏ ਇੱਥੇ ਤੇ ਮੈਂ ਉਹਨਾਂ ਨੂੰ ਇੱਕੋ ਗੱਲ ਹੀ ਕਹੀ ਵੀ ਬਾਦਲ ਸਾਹਿਬ ਜਿਹੜਾ ਤੁਹਾਡਾ ਲਾਇਆ BC ਸੀਗਾ ਬਲਦੇਵ ਸਿੰਘ ਢਿੱਲੋਂ ਤੁਹਾਡੀ ਸਰਕਾਰ 'ਚ ਲੱਗਿਆ ਸੀਗਾ ਉਹ ਬੰਦੇ ਨੇ ਬਹੁਤ ਧੰਨ ਕੀਤਾ ਸੀ ਚਲੋ ਜੇ ਤੁਸੀਂ ਕਹਿੰਦੇ ਵੀ ਤੁਹਾਡੇ ਤੋਂ ਗਲਤੀ ਹੋ ਗਈ ਉਹੀ ਬੰਦੇ ਨੇ ਕੈਪਟਨ ਸਾਹਿਬ ਦੇ ਗੰਨ 'ਚ ਜਾ ਕੇ ਫੋਟੋ ਮਾਰਤੀ ਹੋਈ ਸੀ ਲੱਗੇ ਨਹੀਂ ਦੁਬਾਰਾ ਉਹੀ ਉਹਨੂੰ 4 ਸਾਲ ਦੀ ਟਰਮ ਹੁੰਦੀ ਹੈ BC ਦੀ ਆਪਾਂ ਨੂੰ ਮੁੱਢਲਾ ਜਿਹੜਾ ਢਾਂਚਾ ਉਹਨੂੰ ਸਮਝਣ ਦੀ ਲੋੜ ਆ 4 ਸਾਲ ਦੀ ਟਰਮ ਆ ਵਾਈਸ ਚਾਂਸਲਰ ਦੀ ਉਹੀ ਬੰਦਾ ਕਾਂਗਰਸ ਸਰਕਾਰ 'ਚ ਆ ਗਿਆ ਅੱਛਾ ਫਿਰ 2 ਸਾਲ ਬਾਅਦ ਫਿਰ ਉਹ ਦੁਬਾਰਾ ਐਕਸਟੈਂਸ਼ਨ ਲੈ ਗਿਆ 10 ਸਾਲ ਇੱਕ ਬੰਦਾ ਰਾਜ ਕਰ ਗਿਆ ਤੇ ਉਹ ਕੋਈ ਨਾ ਕੋਈ ਤਾਂ ਲੀਡਰਸ਼ਿਪ 'ਚ ਕਮੀ ਹੈ ਨਾ ਕੋਈ ਨਾ ਕੋਈ ਤਾਂ ਉਹ ਢਾਂਚੇ 'ਚ ਕਮੀ ਹੈ ਵੀ ਆਪਾਂ ਕੰਨਾਂ ਦੇ ਇੰਨੇ ਕੁ ਕੱਚੇ ਆ ਵੀ ਆਪਾਂ ਉਹ ਜਿਹੜਾ ਬੰਦਾ ਆਪਾਂ ਨੂੰ ਮਾੜਾ ਜਿਹਾ ਕਲੋਜ਼ ਹੋ ਜਾਂਦਾ ਤੇ ਆਪਾਂ ਪੰਜਾਬ ਦੇ ਹਿੱਤਾਂ ਨੂੰ ਪਾਸੇ ਰੱਖ ਕੇ ਤੇ ਆਪਾਂ ਉਹ ਵੇਖ ਲੈਂਦੇ ਵੀ ਹਾਂ ਇਹ ਬੰਦਾ ਮੇਰੇ ਲਈ ਵਧੀਆ ਵਾ ਜੇ ਮੈਨੂੰ ਵਧੀਆ ਬੁਲਾ ਰਿਹਾ ਜਾਂ ਮੇਰੀ ਗੱਲ ਸੁਣੂਗਾ ਤੇ ਆਪਾਂ ਬਾਕੀ ਸਾਰੀਆਂ ਗੱਲਾਂ ਪਾਸੇ ਰੱਖ ਦਿੰਦੇ ਦੀਦੀ ਦਾ ਢਿੱਲੋਂ ਹੀ ਆਏ ਯੂਥ ਕਾਂਗਰਸ ਵਾਲੇ ਮੈਂ ਉਹਨਾਂ ਨੂੰ ਮੂੰਹ ਦੀ ਗੱਲ ਕਹੀ ਜੀ ਢਿੱਲੋਂ ਸਾਹਿਬ ਕਾਂਗਰਸ ਸਰਕਾਰ ਵੇਲੇ ਵੀ ਉਹ ਬੰਦਾ ਸੈਂਕਸ਼ਨ ਲੈ ਗਿਆ ਕਿਧਰੇ ਨਾ ਕਿਧਰੇ ਤਾਂ ਕਮੀ ਹੈ ਨਾ ਆਪਾਂ ਕਮੀ ਕਰ ਦਿੰਦੇ ਹਾਂ ਯੂਥ ਦੇ ਵਿੱਚ ਜਨਤਾ ਦੇ ਵਿੱਚ ਵੋਟ ਦਾ ਇਸਤੇਮਾਲ ਕਰੋ ਹੁਣ ਜੇ ਮੇਨ ਗੱਲ ਬਿਊਰੋਕਰੇਸੀ ਨੂੰ ਸਮਝਣ ਦੀ ਲੋੜ ਆ ਜੇ ਹੁਣ 6 ਮਹੀਨੇ ਸਰਕਾਰ ਨੂੰ ਆਈ ਨੂੰ ਹੋ ਗਏ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਵੀ ਇਹੀ ਮਾੜੀ ਆ ਨਹੀਂ ਇਹ ਫਿਰ ਐਪਰੋਪ੍ਰੀਏਟ ਗੱਲ ਨਹੀਂ ਹੋਊਗੀ ਜੇ ਇਕੱਲੇ ਆਮ ਆਦਮੀ ਪਾਰਟੀ ਨੂੰ ਆਪਾਂ ਕਹਾਂਗੇ ਇਹ ਮਾੜੀ ਆ ਠੀਕ ਆ ਇਹਨਾਂ ਨੂੰ ਜਗਾਉਣ ਵਾਸਤੇ ਸਾਨੂੰ ਪ੍ਰੋਟੈਸਟ ਕਰਨਾ ਪਊਗਾ ਵੀ ਇਹਨਾਂ ਨੂੰ ਦੱਸਾਂਗੇ ਜੇ ਨਾ ਇਹ ਮੰਨੇ ਤਾਂ ਪ੍ਰੋਟੈਸਟ ਅਸੀਂ ਜਾਰੀ ਰੱਖਾਂਗੇ ਪਰ ਕਮੀ ਕਿੱਥੇ ਆ ਕभी पॉलिसी मेकिंग की कमी है पॉलिसी मेक कौन करता है ब्यूरोक्रेट्स नहीं करते ब्यूरोक्रेसी के आना से IAS IPS का टेस्ट
ਕਲੀਅਰ ਕਰਨਾ ਪੈਂਦਾ, ਇਟ ਇਜ਼ ਵੈਰੀ ਡਿਫਿਕਲਟ ਹੈ। ਉਹ ਉਹਨਾਂ ਦੀ ਸਟੱਡੀ ਇੰਨੀ ਕੁ ਜ਼ਿਆਦਾ ਡੀਪ ਹੁੰਦੀ ਆ, ਉਹ ਐਗਰੀਕਲਚਰ ਪੜ੍ਹਦੇ ਆ, ਇਕਨੋਮੀ ਪੜ੍ਹਦੇ ਆ, ਜੋਗ੍ਰਾਫੀ ਪੜ੍ਹਦੇ ਆ, ਹਿਸਟਰੀ ਪੜ੍ਹਦੇ ਆ, ਇੰਟਰਨੈਸ਼ਨਲ ਰਿਲੇਸ਼ਨ ਪੜ੍ਹਦੇ ਆ, ਉਹਨਾਂ ਨੂੰ ਇੰਟਰਲਿੰਕ ਕਰਕੇ ਇੱਕ ਇਹੋ ਜਿਹੀ ਪੋਲਿਸੀ ਉਹ ਮੇਕ ਕਰਦੇ ਆ ਜਿਹੜੀ ਸਰਕਾਰ ਦੇ ਲਈ, ਸਰਕਾਰ ਦੇ ਹਿੱਤਾਂ 'ਚ ਹੁੰਦੀ ਹੈ। ਪਰ ਗੱਲ ਇੱਥੇ ਨਹੀਂ ਮੁੱਕਦੀ ਸਰਕਾਰ ਦੇ ਹਿੱਤਾਂ 'ਚ, ਬਟ ਇੱਕ ਐਗਰੀਕਲਚਰ ਜਾਂ ਇੱਕ ਸਪੈਸੀਫਿਕ ਐਕਸਪਰਟਿਜ਼ ਹੋਣਾ ਜ਼ਰੂਰੀ ਆ, ਜਿਹੜਾ ਗਰਾਊਂਡ ਰਿਐਲਿਟੀ ਨਾਲ ਜੁੜਿਆ ਹੋਵੇ। ਬਿਊਰੋਕਰੇਟਾਂ ਨੇ ਇੱਕ ਪਾਲਿਸੀ ਬਣਾਤੀ, ਚਲੋ ਜੀ ਸਮਝ ਲਓ ਵੀ ਏਡੀਓ ਦੀਆਂ ਹੁਣ ਜੇ ਹੁਣ ਹੀ ਗੱਲ ਕਰ ਲਈ ਵੀ ਸਮਝ ਲਓ 500 ਏਡੀਓ ਦੀ ਅਸਾਮੀਆਂ ਖਾਲੀ, 200 ਕੱਢ ਦਿਓ, ਸਰਕਾਰ ਤੇ ਭਾਰ ਪਊ। ਸਰਕਾਰ ਤੇ ਭਾਰ ਤਾਂ ਉਦੋਂ ਵੀ ਪੈਂਦਾ ਸੀਗਾ ਜਦੋਂ ਗ੍ਰੀਨ ਰੈਵੋਲਿਊਸ਼ਨ ਵੇਲੇ ਸਾਰੇ ਵਰਲਡ ਸਾਰੇ ਆਪਾਂ ਬਾਹਰੋਂ ਅਨਾਜ ਮੰਗਵਾਉਂਦੇ ਸੀ ਮਨਵੀਰ, ਸਾਰਿਆਂ ਨੂੰ ਪਤਾ ਜੀ। ਤੇ ਉਦੋਂ ਢਿੱਡ ਭਰਿਆ ਇਸ ਯੂਨੀਵਰਸਿਟੀ ਨੇ, ਇੱਥੋਂ ਦੇ ਐਗਰੀਕਲਚਰ ਟੈਕਨੀਕਲ ਸੀ, ਉਦੋਂ ਭਾਰ ਕਿੱਥੇ ਸੀਗਾ। ਇਹ ਗੱਲ ਨਾ ਆਪਾਂ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ, ਸਪੈਸ਼ਲੀ ਆਪਾਂ ਖੇਤੀਬਾੜੀ ਦੇ ਨਾਲ ਰਿਲੇਟ ਆਪਾਂ ਇਹ ਗੱਲ ਨਾ ਕਰੀਏ ਵੀ ਸਰਕਾਰ ਦੇ ਵਿੱਤੀ ਬੋਝ ਪਊਗਾ ਨਹੀਂ, ਜੇ ਪੈ ਜਾਊਗਾ ਤੇ ਆਪਾਂ ਯੂਥ ਨੂੰ ਵੀ ਤਾਂ ਬਚਾਉਣਾ ਹੈ। ਠੀਕ ਆ, ਆਪਾਂ ਕਹਿ ਸਕਦੇ ਹਾਂ ਐਜੂਕੇਸ਼ਨ ਇਜ਼ ਇਨਵੈਸਟਮੈਂਟ ਇਨ ਇਟਸੈਲਫ। ਤੁਸੀਂ ਸਾਡੇ ਤੇ ਇਨਵੈਸਟ ਕਰੋ ਨਾ, ਤੁਸੀਂ 200 ਪੋਸਟ ਕਰਕੇ ਨਹੀਂ, ਤੁਸੀਂ ਸਾਰੀਆਂ ਭਰੋ, ਠੀਕ ਹੈ। ਵਿੱਤੀ ਬੋਝ ਪਊਗਾ, ਹੋ ਜਾਊਗਾ ਸਾਲ, ਅਗਲੇ ਸਾਲ ਤੱਕ ਫਾਈਨੈਂਸ਼ੀਅਲੀ ਤੱਕ ਸੈੱਟ ਹੋ ਜਾਊਗਾ, ਪਰ ਇੱਕ ਜਿਹੜਾ ਫਲੋ ਹੋ ਰਿਹਾ ਨਾ ਯੂਥ ਦਾ ਬਾਹਰ, ਉਹ ਜ਼ਰੂਰ ਰੁਕੂਗਾ। ਮੈਂ ਮਨਵੀਰ ਤੁਹਾਡੇ ਰਾਹੀਂ ਦੱਸਣਾ ਚਾਹੂੰਗਾ, ਅਸੀਂ ਆਪਦੇ ਫਾਇਦੇ ਲਈ ਨਹੀਂ ਕਰ ਰਹੇ, ਅਸੀਂ ਪੰਜਾਬ ਦੇ ਲਈ ਕਰ ਰਹੇ ਹਾਂ। ਆਪਸ਼ਨਸ ਬਹੁਤ ਹੈ ਜੀ, ਜਹਾਜ਼ ਦਾ ਪੱਲਾ ਹਰ ਬੰਦਾ ਫੜ ਲੂਗਾ, ਸਾਨੂੰ ਆਪ ਨੂੰ ਓਪਰਚੁਨਿਟੀ ਕੈਲੀਫੋਰਨੀਆ ਵਿੱਚ PhD ਕਰਨ ਦੀ। ਤੁਸੀਂ ਨਵੀਂ ਆਪਾਂ ਇਹ ਵਾਲੀ ਜਿਹੜੀ ਤੁਹਾਡੀ ਗੱਲ ਇਹਨੂੰ ਆਪਾਂ ਕੰਟੀਨਿਊ ਕਰਦੇ ਹਾਂ, ਬਿਕੋਜ਼ ਇਹ ਆਪਣਾ ਮੇਨ ਕੰਸਰਨ ਵੀ ਹੈ ਕਿ ਸਾਡਾ ਪੰਜਾਬ ਸਾਡੇ ਪੰਜਾਬ ਦੀ ਨੌਜਵਾਨੀ ਉਡਾਰੀ ਮਾਰੀ ਜਾ ਰਹੀ ਹੈ ਕੈਨੇਡਾ ਅਮਰੀਕਾ ਨੂੰ, ਇਹਦੇ ਤੇ ਆਪਾਂ ਆਉਂਦੇ ਹਾਂ। ਪਰ ਪਹਿਲਾਂ ਆਪਾਂ ਇੱਥੇ ਆਮ ਆਦਮੀ ਪਾਰਟੀ ਦੇ ਤੁਸੀਂ ਮਿਨਿਸਟਰਸ ਨੂੰ ਮਿਲੇ ਆ, ਉਹਨਾਂ ਦੇ MLAs ਤੁਹਾਨੂੰ ਮਿਲਣ ਵੀ ਆਏ ਨੇ, ਕਿਵੇਂ ਤੁਹਾਨੂੰ ਲੱਗਾ ਕਿ ਕੀ ਉਹਨਾਂ ਦਾ ਵਤੀਰਾ ਆ, ਕਿੱਦਾਂ ਦਾ ਵਿਵਹਾਰ ਆ ਉਹਨਾਂ ਦਾ ਤੁਹਾਡੇ ਨਾਲ? ਮੈਨੂੰ ਬਰੀਫ ਕਰੂੰਗਾ ਸਾਰੀ ਗੱਲ। ਦੇਖੋ ਜੀ, ਜਿਵੇਂ ਤੁਹਾਨੂੰ ਮੈਂ ਅੱਗੇ ਗੱਲ ਕਿਹਾ ਵੀ ਨਾ ਤਾਂ ਹਰੇਕ ਸਿਆਸਤਦਾਨ ਇੱਕੋ ਜਿਹੋ ਜਿਹਾ ਹੁੰਦਾ, ਤੇ ਨਾ ਹੀ ਹਰੇਕ ਸਟੂਡੈਂਟਸ, ਕੋਈ ਵੀ ਆਪਾਂ ਕਹਿ ਸਕਦੇ ਹਾਂ ਇੱਕ ਡਿਫਰੈਂਸ ਹੁੰਦਾ, ਤੇ ਉਹ ਡਿਫਰੈਂਸ ਜਿਹੜਾ ਉਹ ਨੇਚਰ ਦਾ ਨਹੀਂ ਹੈ। ਗੋਗੀ ਸਾਹਿਬ ਆਏ ਸਾਡੇ ਕੋਲੇ, ਸਾਡਾ ਮਸਲਾ ਸੀ ਉਹਨਾਂ ਨੂੰ ਦੱਸਿਆ, ਉਹਨਾਂ ਨੇ ਗਰਵਾਸੂ ਦਾ ਜਿਹੜਾ ਮਸਲਾ ਹੱਲ ਕਰਾਇਆ ਸੀ ਟਰਨਸ਼ਿਪ ਵਾਲਾ, ਤੇ ਅਸੀਂ ਗੋਗੀ ਸਾਹਿਬ ਨੂੰ ਕਿਹਾ ਵੀ ਸਾਡਾ ਵੀ ਕਰਾਓ, ਤੁਸੀਂ ਉੱਥੇ ਭੰਗੜੇ ਪਾਏ, ਤੁਹਾਨੂੰ ਇੱਥੇ ਹੀ ਭੰਗੜੇ ਪਾਵਾਂਗੇ, ਸਾਡਾ ਮਸਲਾ ਹੱਲ ਹੋਣਾ ਚਾਹੀਦਾ। ਉਹਨਾਂ ਨੇ ਗੱਲ ਸਮਝੀ, ਉਹ ਗਏ, ਤੇ ਅਸੀਂ ਕੁਲਦੀਪ ਸਿੰਘ ਢਾਲੀਵਾਲ ਨੂੰ ਲੈਟਰ ਦਿੱਤੀ ਸੀ, ਲਾਲਜੀਤ ਭੁੱਲਰ ਜੀ ਨੂੰ ਦਿੱਤੀ, ਉਹ ਸਮਝੇ। ਇਹ ਵੀ ਫੌਜਾ ਸਿੰਘ ਸਰਾਰੀ ਜੀ ਆਏ ਦੀ ਗੱਲ, ਹਾਰਟੀਕਲਚਰ ਐਂਡ ਫੂਡ ਪ੍ਰੋਸੈਸਿੰਗ। ਕਿਸੇ ਮੀਡੀਆ ਪਰਸਨ ਨੇ ਉਹਨਾਂ ਕੋਲ ਇੱਕ ਬਾਈਟ ਲੈ ਲਈ, ਦੱਸੋ ਵੀ ਵਿਦਿਆਰਥੀ ਪ੍ਰੋਟੈਸਟ ਦੇ ਬੈਠੇ ਆ, ਤੁਹਾਡਾ ਕੀ ਕਹਿਣਾ ਚਾਹੋਗੇ ਤੁਸੀਂ? ਉਹ ਅੱਗੋਂ ਕਹਿੰਦੇ ਆ ਵੀ ਜੇ ਹਰ ਬੰਦੇ ਨੂੰ ਅਸੀਂ ਨੌਕਰੀ ਦੇ ਦੇਵਾਂਗੇ ਤੇ ਖੇਤੀ ਕੌਣ ਕਰੂਗਾ। ਮਤਲਬ ਇੱਕ ਤੁਹਾਨੂੰ ਐਕਸਪਰਟਿਜ਼ ਹੋਣੀ ਜ਼ਰੂਰੀ ਹੈ, ਤੁਸੀਂ ਮਿਨਿਸਟਰ ਹੋ, ਤੁਹਾਨੂੰ ਇੱਕ ਡਿਟੇਲ ਤਾਂ ਪਤਾ ਹੋਣੀ ਚਾਹੀਦੀ ਉਸ ਚੀਜ਼ ਦੀ। ਪਹਿਲੀ ਗੱਲ ਤਾਂ ਤੁਸੀਂ ਮਿਨਿਸਟਰ ਉਸ ਡਿਪਾਰਟਮੈਂਟ ਦੇ ਹੋ ਜਿਹਦੀ ਇਕੋਨਮੀ ਐਗਰੀਕਲਚਰ ਬੇਸਡ, ਹਾਰਟੀਕਲਚਰ ਬੇਸਡ ਪੰਜਾਬ ਦੀ ਇਕੋਨਮੀ ਆ। ਤੁਸੀਂ ਕਹਿ ਰਹੇ ਵੀ ਜੇ ਨੌਕਰੀ ਦੇ ਦਿੱਤੀ ਖੇਤੀ ਕੌਣ ਕਰੂਗਾ? ਉਹ ਅਸੀਂ ਖੇਤੀ ਕਰਾਉਣ ਵਾਸਤੇ ਹੀ ਹੈਗੇ ਆ, ਅਸੀਂ ਤੁਹਾਨੂੰ 1000 ਬੰਦੇ ਦੀ ਮੰਗ ਕਰ ਰਹੇ ਹਾਂ। ਇੱਕ PhD ਦੇ ਵਿਦਿਆਰਥੀ ਨੇ ਜਾਂ ਕੋਈ ਵੀ ਇੱਕ ਜਿਨ੍ਹਾਂ ਨੇ ਖੇਤੀਬਾੜੀ ਦੀ ਪੜ੍ਹਾਈ ਕੀਤੀ ਆ, ਤੁਸੀਂ ਕਹਿ ਰਹੇ ਵੀ ਤੁਸੀਂ ਆਪਦਾ ਕੰਮ ਖੋਲ ਲਓ। ਇਸ ਦਾ ਬਿਆਨ ਦੇਣ ਲੱਗਿਆ ਸੋਚੇ ਬੰਦਾ ਵੀ ਕੀ ਦੇ ਰਿਹਾ। ਅਸੀਂ ਹਰਪਾਲ ਚੀਮਾ ਜੀ ਕੋਲੇ ਗਏ, ਹੀ ਵਾਸ ਵੈਰੀ ਪੋਜ਼ਿਟਿਵ, ਉਹਨਾਂ ਦੀ ਐਡੀ ਪੋਜ਼ਿਟਿਵ ਅਪਰੋਚ ਸੀ, ਉਹ ਖੁਸ਼ ਹੋਏ ਵੀ ਹਾਂ ਸਾਨੂੰ ਗੱਲਾਂ ਦਾ ਪਤਾ ਲੱਗਿਆ। ਮੀਤ ਹੇਅਰ ਜੀ ਨੂੰ ਪਤਾ ਲੱਗਿਆ, ਕਰਮਜੀਤ ਅਨਮੋਲ ਜੀ ਸੀ, ਉਹ ਤਾਂ ਵੈਸੇ ਹੀ ਉੱਥੇ ਆਏ ਸੀ, ਚਲੋ ਕਿਸੇ ਹੋਰ ਕੰਮ ਲਈ ਆਏ ਹੋਣੇ ਆ, ਤੇ ਚਲੋ ਉਹਨਾਂ ਨੂੰ ਅਸੀਂ ਜਾਣੂ ਕਰਾਇਆ। ਗੱਲ ਹੁੰਦੀ ਆ ਵੀ ਤੁਸੀਂ ਜਦੋਂ ਆਪਾਂ ਸਰਕਾਰ 'ਚ ਇਲੈਕਟਿਡ ਪਰਸਨ ਹੋ ਜਾਂਦੇ ਆ ਨਾ, ਇੱਕ MLA ਹੁੰਦਾ ਤੇ ਉਹਦੀ ਦੀ ਜ਼ਿੰਮੇਵਾਰੀ ਹੁੰਦੀ, ਜਦੋਂ ਮਿਨਿਸਟਰ ਬਣ ਜਾਂਦਾ ਉਹਦੇ ਤਾਂ ਹੋਰ ਜ਼ਿੰਮੇਵਾਰੀ ਹੈ ਜੀ। ਔਰ ਬਾਗਬਾਨੀ ਮਿਨਿਸਟਰ ਉਹ ਵੀ ਬਾਗਬਾਨੀ, ਕਿਉਂਕਿ ਆਪਾਂ ਖੇਤੀ ਨੂੰ ਪੰਜਾਬ ਦੀ ਇਕੋਨੋਮੀ ਨੂੰ ਖੜਾ ਕਰਨ ਦਾ ਦੁਬਾਰਾ ਆਪਾਂ ਰਾਸਤਾ ਹੀ ਖੇਤੀ 'ਚੋਂ ਟੋਲ ਰਹੇ ਹਾਂ ਕਿ ਖੇਤੀ ਨੂੰ ਅਸੀਂ ਮਜ਼ਬੂਤ ਕਰਾਂਗੇ। CM ਭਗਵੰਤ ਮਾਨ ਜੀ ਨੇ ਵੀ ਕਿਹਾ, ਤੇ ਬਾਗਬਾਨੀ ਮਿਨਿਸਟਰ ਕਹਿੰਦੇ ਨੇ ਕਿ ਜੇਕਰ ਇਹਨਾਂ ਬੱਚਿਆਂ ਨੂੰ ਨੌਕਰੀਆਂ ਦੇਤੀਆਂ ਤਾਂ ਫਿਰ ਖੇਤੀਬਾੜੀ ਕੌਣ ਕਰੇਗਾ? ਨਾਲ ਨਾਲ ਤੁਸੀਂ ਆਪਦਾ ਕੰਮ ਚਲਾਓ, ਪਰ ਗੱਲ ਸਮਝਣ ਦੀ ਲੋੜ ਹੈ ਜੀ। ਉਹ ਅਸੀਂ ਖੇਤੀ ਕਰਾਉਣ ਨੂੰ, ਅਸੀਂ ਖੇਤੀ ਗਾਈਡ ਕਰਨ ਲਈ ਜਿਹੜਾ ਅਸੀਂ ਕਰ ਰਹੇ ਹਾਂ ਵੀ ਸਾਨੂੰ ਉਹ ਜਿਹੜੀਆਂ ਪੋਸਟਾਂ ਸਾਡੀਆਂ ਭਰ ਦਿੱਤੀਆਂ ਜਾਣ, ਵੀ ਜਿਹੜੇ ਬਾਗ ਅਬੋਹਰ 'ਚ ਪੱਟੇ ਜਾ ਰਹੇ ਆ, ਜਿਹੜੇ ਬਾਗ ਹੁਸ਼ਿਆਰਪੁਰ ਇਲਾਕੇ ਦੇ ਵਿੱਚ, ਪਠਾਨਕੋਟ ਇਲਾਕੇ 'ਚ ਪੱਟੇ ਜਾ ਰਹੇ ਆ, ਉਹ ਨਾ ਪੱਟੇ ਜਾਣ। ਸਾਨੂੰ ਵੀ ਮਾਣ ਮਹਿਸੂਸ ਹੋਵੇ ਆਦੇ ਪੰਜਾਬ ਦੇ ਵੀ ਜਿਹੜੀ ਪੰਜਾਬ ਦੀ ਲੀਚੀ ਆ ਉਹ ਬਾਹਰ ਜਾਏ, ਬਾਹਰ ਅਮਰੀਕਾ ਕੈਨੇਡਾ ਦੇ ਇਹਨੂੰ ਬਾਹਰ ਜਾਏਗੀ। ਨੀਤੀ ਆਯੋਗ ਦੇ ਵਿੱਚ CM ਪੰਜਾਬ ਇਹ ਕਹਿੰਦੇ ਕਿ ਫੂਡ ਪ੍ਰੋਸੈਸਿੰਗ ਦਾ ਸਿਸਟਮ ਹੋਣਾ ਚਾਹੀਦਾ ਆ, ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਕੋਈ ਏਦਾਂ ਦੀਆਂ ਕੋਸ਼ਿਸ਼ਾਂ ਰਹਿੰਦੀਆਂ ਨੇ ਕਿ ਏਦਾਂ ਦੇ ਵਿਦਿਆਰਥੀ ਤਿਆਰ ਕਰਨ, ਏਦਾਂ ਦੀ ਰਿਸਰਚ ਤਿਆਰ ਕਰਨ ਜਿਹੜੇ ਆਉਣ ਵਾਲੇ
ਖੇਤੀਬਾੜੀ ਨੂੰ, ਪੰਜਾਬ ਨੂੰ, ਐਗਰੇਰੀਅਨ ਇਕਨੋਮੀ ਨੂੰ ਮਜ਼ਬੂਤ ਕਰਕੇ ਦਿਖਾਉਣ, ਦੁਨੀਆ ਨੂੰ ਐਗਜ਼ਾਮਪਲ ਪੇਸ਼ ਕਰਨ ਕਿ ਖੇਤੀਬਾੜੀ ਦੇ ਸਿਰ ਤੇ ਵੀ ਕਮਾਈ ਹੋ ਸਕਦੀ ਹੈ, ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਾਂ ਮੈਂ ਕਹਾਂ ਸਾਡੀ ਸਰਕਾਰ ਦੀ ਵਿੱਤੀ ਹਾਲਤ ਇੰਨੀ ਮਾੜੀ ਹੈ ਕਿ ਤੁਹਾਨੂੰ ਸਹਿਣਾ ਪੈ ਰਿਹਾ ਹੈ, ਸਾਡਾ ਭਵਿੱਖ ਸਫਰ ਕਰ ਰਿਹਾ ਹੈ? ਮਨਵੀਰ ਤੁਹਾਨੂੰ ਮੈਂ ਡਾਟਾ ਦੇ ਦਿੰਦਾ ਜੀ। ਪ੍ਰੋਸੈਸਿੰਗ ਦੀ ਗੱਲ ਆਪਾਂ ਕਰੀਏ, ਪ੍ਰੋਸੈਸਿੰਗ ਪੂਰੀ ਆਊਟਪੁੱਟ ਤੋਂ ਸਿਰਫ 1% ਤੋਂ ਘੱਟ ਹੋ ਰਹੀ ਹੈ, 0.26% ਲਾ ਲਓ ਵੀ ਪ੍ਰੋਸੈਸਿੰਗ ਹੋ ਰਹੀ ਹੈ। ਤੇ ਤੁਸੀਂ ਦੂਜੀ ਗੱਲ ਤੁਹਾਨੂੰ ਪੁੱਛੀ ਵੀ ਯੂਨੀਵਰਸਿਟੀ ਵੀ ਕਰ ਰਹੀ ਹੈ। ਯੂਨੀਵਰਸਿਟੀ ਐਫਰਟ ਇੱਥੇ ਪੋਸਟ ਹਾਰਵੈਸਟ ਟੈਕਨੋਲੋਜੀ ਦਾ ਇੱਕ ਇੰਸਟੀਟਿਊਟ ਬਣਿਆ ਡਾਕਟਰ BBC ਮਹਾਜਨ ਦੇ ਡਾਇਰੈਕਟਰ ਨੇ। ਮੈਂ ਖੁਦ ਉਹਨਾਂ ਕੋਲ ਇੱਕ ਪ੍ਰੋਜੈਕਟ ਫਾਈਲ ਕੀਤਾ, ਮੈਂ ਉਹਨਾਂ ਨੂੰ ਲੈਂਗੁਏਜ ਸਾਈਨ ਕੀਤਾ ਕਿਨੂੰ ਦੀ ਪ੍ਰੋਸੈਸਿੰਗ, ਜਿਹਦੇ 'ਚ ਅਸੀਂ ਕਿਨੂੰ ਦੀ ਟੀਮ ਤੋਂ ਐਸੈਂਸ਼ੀਅਲ ਆਇਲ ਕੱਢਦੇ ਹਾਂ। ਪਾਬੀ ਦੇ ਅੰਡਰ ਮੈਂ ਇੱਕ ਜਿਹੜਾ ਕੇਸ ਫਾਈਲ ਕੀਤਾ, ਪੰਜਾਬ ਐਗਰੀਕਲਚਰ ਬਿਜ਼ਨਸ ਇੰਕੂਬੇਟਰ, ਉਹਦੇ 'ਚ 5 ਲੱਖ ਤੋਂ ਲੈ ਕੇ 25 ਲੱਖ ਤੱਕ ਸਕੀਮਾਂ ਹੈਗੀਆਂ। ਚਲੋ ਮੈਂ ਉਹਨੂੰ ਕੀਤਾ, ਫਾਈਲ ਕੀਤਾ, ਹੁਣ ਪ੍ਰੈਜੈਂਟੇਸ਼ਨ ਹੈਗੀ ਆ ਵਿਦਿਨ ਫਿਊ ਡੇਜ਼ ਆਈ ਵਿਲ ਪ੍ਰੈਜੈਂਟ ਮਾਈ ਪ੍ਰੈਜੈਂਟੇਸ਼ਨ। ਉਹਦੇ 'ਚ ਅਸੀਂ ਕਿਨੂੰ ਦੀ ਪੀਲ ਆਇਲ ਕੱਢਣਾ, ਜਿਹੜਾ ਪਲਪ ਪੱਟ ਕੇ ਉਹਦਾ ਜੂਸ ਕੱਢਣਾ, ਕਿਨੂੰ ਦੇ ਸੀਡ ਦੇ ਵਿੱਚ ਪੀਲੋਨਿਨ ਕੰਟੈਂਟ ਹੁੰਦਾ ਜਿਹੜਾ ਐਂਟੀ ਕੈਂਸਰ ਦਾ, ਉਹਦੇ 'ਚੋਂ ਜਿਹੜਾ ਪਲਪ ਬਚ ਗਿਆ ਉਹਦੇ ਤੋਂ ਅਸੀਂ ਬਾਰ ਬਣਾ ਲਾਂਗੇ, ਇੱਕ ਔਰੇਂਜ ਬਾਰ ਆਪਾਂ ਕਹਿ ਸਕਦੇ, ਨੈਕਟਰ ਬਣਾ ਲਾਂਗੇ ਹਨੀ ਵਾਲਾ, ਐਨਰਜੀ ਡਰਿੰਕ ਦਾ ਉਹ ਕੰਮ ਕਰੂਗਾ। ਸੋ ਠੀਕ ਆ, ਕੰਮ ਹੋ ਰਿਹਾ। ਉਹਨੂੰ ਹੋਰ ਮੇਰਾ ਮਾਰਕੀਟ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਮਾਰਕੀਟ ਨੂੰ ਇੰਨਾ ਕੁ ਜ਼ਿਆਦਾ ਮਜ਼ਬੂਤ ਕਰਨ ਦੀ ਲੋੜ ਆ ਵੀ ਜਿਹੜੀ ਫਾਰਮਰ ਦੀ ਪ੍ਰੋਡਿਊਸ ਜਿਹੜੀ ਕਿਨੂੰ ਰੁਲ ਰਿਹਾ, ਲੀਚ ਰੁਲ ਰਹੀ ਆ, ਉਹ ਰੁਲੇ ਨਾ ਮਾਰਕੀਟ ਨੂੰ ਵੀ ਪ੍ਰੋਡਿਊਸ ਆਪ ਚੱਕੇ। ਠੀਕ ਆ, ਤੇ ਜਦੋਂ ਫਾਰਮਰ ਨੂੰ ਹੁਣ ਮੈਨੂੰ ਪਤਾ ਲੱਗ ਗਿਆ ਵੀ ਕਿਵੇਂ ਕਿਨੂੰ ਦਾ ਕਰਨਾ ਵਾ ਨਾ, ਕਿਉਂਕਿ ਮੈਂ ਮਾਸਟਰਸ ਹੋਈ ਐਮਐਸਸੀ ਪਲਾਂਟ ਪੈਥੋਲੋਜੀ ਇਸ ਟਾਈਮ ਮੈਂ ਰਿਸਰਚ ਫੈਲੋ ਇੱਥੇ, ਸਾਇੰਸ ਦੀ ਨੌਲੇਜ ਹੈਗੀ ਆ ਨਾ। ਠੀਕ ਆ, ਹਰ ਬੰਦਾ ਬਿਜ਼ਨਸ ਹੀ ਸਟਾਰਟ ਨਹੀਂ ਕਰ ਸਕਦਾ। ਬਿਜ਼ਨਸ ਸਟਾਰਟ ਕਰਨਾ ਫਿਰ ਇੱਕ ਇਨੀਸ਼ੀਅਲ ਆਪਾਂ ਨੂੰ ਫੰਡਿੰਗ ਦੀ ਲੋੜ ਹੈ, ਚਲੋ ਸਰਕਾਰ ਉਹਦੇ ਲਈ ਵੀ ਹੈਲਪ ਕਰ ਰਹੀ ਹੈ, ਬਟ ਹਰ ਪ੍ਰੋਜੈਕਟ ਵੀ ਪਾਸ ਨਹੀਂ ਹੁੰਦਾ। ਬਟ ਮੇਨ ਗੱਲ ਇਹ ਵੀ ਠੀਕ ਆ, ਇਹ ਐਗਰੀਕਲਚਰ ਟੈਕਨੋਕ੍ਰੇਟਸ, ਹਾਰਟੀਕਲਚਰ ਟੈਕਨੋਕ੍ਰੇਟਸ ਦੀ ਬਹੁਤ ਜ਼ਿਆਦਾ ਲੋੜ ਆ। ਇਹੀ ਦੱਸਣਗੇ, ਇਹ ਜਿਹੜਾ 1000 ਬੰਦਾ ਨਾ, ਇਹ ਅੱਗੇ 10,000 ਬੰਦੇ ਨੂੰ ਰੋਜ਼ਗਾਰ ਲਈ ਰੋਜ਼ਗਾਰ ਲਈ ਹੈਲਪ ਕਰਨਗੇ ਵੀ ਤੁਸੀਂ ਕਿਨੂੰ ਨੂੰ ਪ੍ਰੋਸੈਸ ਕਿਵੇਂ ਕਰਨਾ। ਤੁਸੀਂ ਜਵਾਕਾਂ ਨੂੰ ਕਹਿ ਰਹੇ ਹੋ ਵੀ ਤੁਸੀਂ ਆਪ ਕੰਮ ਸ਼ੁਰੂ ਕਰੋ, ਇਹ ਜਵਾਕ ਜਿਹੜੇ ਨੌਕਰੀ ਲੱਗਣਗੇ ਇਹ ਕਈ ਬਿਜ਼ਨਸਮੈਨ ਕ੍ਰੀਏਟ ਬਣਾਉਣਗੇ, ਐਸਟੈਬਲਿਸ਼ ਉਹਨਾਂ ਨੂੰ ਕਰਾਉਣਗੇ, ਉਹਨਾਂ ਦੀ ਫੈਕਟਰੀਆਂ ਲਵਾਉਣਗੇ। ਇਹ ਗੱਲ ਆ, ਪਹਿਲਾਂ ਤੁਹਾਡਾ ਮੁੱਢਲਾ ਵਰਕ ਜਿਹੜਾ ਪੇਪਰ ਵਰਕ, ਮੈਂ ਮੰਤਰੀ ਨੂੰ ਬੇਨਤੀ ਕਰਦਾ, ਪਹਿਲਾਂ ਤੁਸੀਂ ਮੁੱਢਲਾ ਵਰਕ ਕਰੋ ਜੀ। ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਖੇਤੀਬਾੜੀ ਐਚਡੀਓ ਦੀ ਪੋਸਟ ਹੈ ਕੀ ਆ। ਇਹ ਸੈਕਟਰੀ ਸਾਹਿਬ ਨੇ ਜਿਹੜੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਚਲੋ ਉਹਨਾਂ ਨੂੰ ਤਾਂ ਸਭ ਕੁਛ ਪਤਾ, ਇੱਕ ਪੋਲਿਸੀ ਵਧੀਆ ਮੇਕ ਕਰਾਉਣ ਦੀ, ਮੰਤਰੀ ਸਾਹਿਬ ਨੂੰ ਗਾਈਡ ਕਰਨ ਦੀ, ਇੱਦਾਂ ਨਹੀਂ ਤਾਂ ਇੱਦਾਂ ਹੋਣਾ ਚਾਹੀਦਾ। ਪ੍ਰੋਸੈਸਿੰਗ ਵਾਲੇ ਫਿਰ ਇਹ ਕੰਮ ਹੌਲੀ ਹੌਲੀ ਹੋਊਗਾ ਜੀ। ਪ੍ਰੋਸੈਸਿੰਗ 1% ਤੋਂ ਘੱਟ ਆ, ਇਹ ਵਧੂਗੀ ਹੌਲੀ ਹੌਲੀ। ਕਿਵੇਂ ਵਧੂਗੀ? ਇੱਕ ਇਹਦਾ ਤਰੀਕਾ ਵਾ, ਭਰਤੀਆਂ ਕਰ ਦਿਓ ਜੀ। ਇੰਟਰਮੀਡੀਏਟ ਐਮਰਜੈਂਸੀ ਦੇ ਵਿੱਚ ਕੈਬਨਿਟ ਮੀਟਿੰਗ ਸੱਦ ਕੇ ਸਾਰੀਆਂ ਭਰਤੀਆਂ ਕਰ ਦਿਓ। ਉਸ ਤੋਂ ਬਾਅਦ ਮਾਰਕੀਟ ਨੂੰ ਮਜ਼ਬੂਤ ਕਰੋ। ਇੰਨੀ ਕੁ ਜ਼ਿਆਦਾ ਅਵੇਅਰਨੈਸ ਕੰਪੇਨ, ਹੁਣ ਮੈਂ ਤੁਹਾਨੂੰ ਦੱਸਦਾ, ਡਿਸਟ੍ਰਿਕਟ ਐਕਸਟੈਂਸ਼ਨ ਅਫਸਰ ਨੇ ਸਾਰੇ ਪੰਜਾਬ 'ਚ 2 ਇੱਕ ਪੋਸਟਾਂ, ਸਿਰਫ ਅੰਮ੍ਰਿਤਸਰ ਤੇ ਪਟਿਆਲੇ ਸਿਰਫ 2 ਨੇ ਜੀ। ਓਕੇ, ਇੱਥੇ ਆਪਾਂ, ਮੈਂ ਤੁਹਾਨੂੰ ਹੋਰ ਦੱਸ ਦਿੰਦਾ ਜੀ, ਨੈਚੁਰਲ ਫਾਰਮਿੰਗ ਦੀ ਗੱਲ ਕਰਦੇ ਹਾਂ, ਆਪਾਂ ਆਰਗੈਨਿਕ ਫਾਰਮਿੰਗ ਦੀ ਗੱਲ ਕਰਦੇ ਹਾਂ। ਹੁਣ ਤੇ ਬਾਇਓ ਪੈਸਟੀਸਾਈਡ ਨੂੰ ਟੈਸਟ ਕਰਨ ਦੀ ਕੋਈ ਲੈਬ ਹੀ ਨਹੀਂ, ਬਾਇਓ ਫਰਟੀਲਾਈਜ਼ਰ ਨੂੰ ਟੈਸਟ ਕਰਨ ਲਈ ਕੋਈ ਲੈਬ ਨਹੀਂ। ਫਿਰ ਆਰਗੈਨਿਕ ਫਰਟੀਲਾਈਜ਼ਰ ਕਿੱਥੋਂ ਆਪਾਂ ਪੈਦਾ ਕਰਾਂਗੇ? ਮੇਰੀ ਗੱਲ ਸੁਣੋ ਜੀ, ਅੱਜ ਮੈਂ ਆਰਗੈਨਿਕ ਫਰਟੀਲਾਈਜ਼ਰ ਦੀ ਫੈਕਟਰੀ ਲਾ ਲੈਣਾ ਜੀ। ਠੀਕ ਆ, ਪੈਥੋਲੋਜੀ ਡਿਪਾਰਟਮੈਂਟ ਹੈ ਜੀ ਮੇਰਾ, ਟ੍ਰਾਈਕੋਡਰਮਾ, ਇਹ ਇਹੋ ਜਿਹੇ ਜਿਹੜੇ ਬਾਇਓ ਫੰਜੀਸਾਈਡਸ ਨੇ ਜਿਹੜੇ ਬਹੁਤ ਕੰਮ ਆਉਂਦੇ ਆ। ਹੁਣ ਇਹਨੂੰ ਅਸੀਂ ਟੈਸਟ ਕਿੱਥੋਂ ਕਰਾਉਣਾ? ਮੰਨ ਲਓ ਕਿਸੇ ਦਿੱਲੀ ਦੀ ਲੈਬ ਤੋਂ ਟੈਸਟ ਕਰਾਉਣੇ, ਉਹਨਾਂ ਲਈ ਤਾਂ ਅਸੀਂ ਸਾਹਮਣੇ ਬਣ ਗਏ, ਹੁਣ ਆ ਗਏ, ਉਹਨਾਂ ਨੇ ਕਹਿਣਾ ਹਾਂ ਸਾਹਮਣੇ ਆ ਗਈ, ਹੁਣ ਉਹਨਾਂ ਤੋਂ ਪਾਸ ਕਰਾਉਣ ਵਾਸਤੇ ਪੈਸੇ ਲਵਾਂਗੇ ਜਾਂ ਕੁਛ ਵੀ ਆ, XYZ। ਬਟ ਸਮਝਣ ਦੀ ਲੋੜ ਹੈ, ਇੱਕ ਪੋਲਿਸੀ ਇਹੋ ਜਿਹੀ ਹੈ, ਇੱਕ ਲਿਕਰ ਪੋਲਿਸੀ ਆ ਗਈ, ਇਹੋ ਜਿਹੀ ਕਈ ਪੋਲਿਸੀਆਂ ਆ ਗਈਆਂ। ਕਿਉਂ ਪੰਜਾਬ ਦੀ ਇਕੋਨਮੀ ਐਗਰੀਕਲਚਰ ਬੇਸਡ ਆ, ਕਿਉਂ ਨਹੀਂ ਐਗਰੀਕਲਚਰ ਪੋਲਿਸੀ ਲਿਆਉਂਦੇ ਜੀ? ਹੁਣ ਫਸਲ ਖਰਾਬ ਹੁੰਦੀ ਹੈ ਜੀ, ਮਤਲਬ ਫਸਲ ਖਰਾਬ ਹੁੰਦੀ ਆ, ਕਿਉਂ ਖਰਾਬ ਹੁੰਦੀ ਆ? ਕਈ ਵਾਰੀ ਖਾਦ ਵੱਧ ਪੈ ਗਈ, ਕਈ ਵਾਰੀ ਸਪਰੇਅ ਗਲਤ ਹੋ ਗਈ। ਹੁਣ ਇੱਕ ਪੈਸਟੀਸਾਈਡ ਰੈਜ਼ੀਡਿਊਲ ਐਨਾਲਾਈਸਿਸ ਲੈਬ ਹੀ ਇੱਥੇ ਖੋਲ ਦਿਓ ਵੀ ਪਤਾ ਲੱਗ ਜਾਏ ਵੀ ਉਹ ਕ੍ਰੌਪ ਦੇ ਵਿੱਚ ਕੀ ਵੱਧ ਘੱਟ ਪੈ ਗਿਆ। ਉਸ ਤੋਂ ਬਾਅਦ ਅਵੇਅਰਨੈਸ ਕੈਂਪੇਨ ਚਲਾ ਦਿਓ। ਤੁਸੀਂ ਇਹ ਕੰਮ ਨਹੀਂ ਕਰਨਾ, ਇੱਕ ਪੋਲਿਸੀ ਦਾ ਫਰੇਮ ਕਰੋ ਗਰਾਊਂਡ ਲੈਵਲ ਤੇ। ਮੈਨੂੰ ਉਮੀਦ ਆ ਵੈਸੇ ਚੀਮਾ ਜੀ ਦਾ ਬਹੁਤ ਇੱਕ ਪੋਜ਼ਿਟਿਵ ਰਿਸਪੌਂਸ ਸੀਗਾ ਕੱਲ੍ਹ। ਹਰਪਾਲ ਚੀਮਾ ਜੀ ਪੋਜ਼ਿਟਿਵ ਰਿਸਪੌਂਸ, ਉਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਵੀ ਤੁਸੀਂ ਧਰਨਾ ਲਾਇਆ ਜਾਂ ਕੁਛ ਲਾਇਆ। ਮੈਨੂੰ ਫੌਜਾ ਸਿੰਘ ਸਰਾਜੀ ਦੀ ਗੱਲ ਨਹੀਂ ਸਹੀ ਲੱਗੀ, ਮੈਂ ਤੁਹਾਨੂੰ ਉਹ ਵੀ ਦੱਸਦੀ। ਠੀਕ ਹੈ ਜੀ, ਹਰਪਾਲ ਸਿੰਘ ਚੀਮਾ ਔਰ ਮੌਕੇ ਦੀ ਜਿਹੜੀ ਸਰਕਾਰ ਹੈ ਨਾ, ਤੋਂ ਆਪਣੀ ਉਮੀਦ ਵੀ ਆ ਵੀ ਆਪਣੀਆਂ ਮੰਗਾਂ ਤੁਹਾਡੀਆਂ ਪੂਰੀਆਂ ਕਰਨਗੇ। ਪਵਨ, ਦੇਖੋ ਮੈਂ ਤੁਹਾਡੇ ਤੋਂ ਇੱਕ ਆਊਟ ਆਫ ਕੰਟੈਕਸਟ ਹੀ ਸਵਾਲ ਪੁੱਛ ਰਹੀ ਹਾਂ, ਬਿਕੋਜ਼ ਅਸੀਂ ਜਾਣਨਾ ਚਾਹੁੰਦੇ ਹਾਂ, ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਕਾਲਰ ਹੈ,
ਜਿਵੇਂ ਹੁਣ ਆਪਣੀਆਂ ਫਸਲਾਂ ਖਰਾਬ ਹੋ ਗਈਆਂ, ਗੁਲਾਬੀ ਸੁੰਡੀ ਆ ਗਈ, ਨਰਮਾ ਸਾਰਾ ਮਰ ਜਾਂਦਾ। ਮਾਲਵਾ ਏਰੀਆ ਦੇ ਵਿੱਚੋਂ ਤਾਂ ਲੋਕ ਰੋਂਦਿਆਂ ਦੀਆਂ ਵੀਡੀਓ ਨੇ ਜਿਹੜੇ ਵਾਹ ਰਹੇ ਨੇ ਖੜੇ ਨਰਮੇ ਨੂੰ। ਇਹਦੇ ਵਿੱਚ ਇਸ ਤੋਂ ਇਲਾਵਾ ਆਪਣੀ ਨਕਲੀ ਪੈਸਟੀਸਾਈਡ ਬਹੁਤ ਨੇ। ਕੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪ੍ਰੋਪਰ ਯੋਗਦਾਨ ਇਹਦੇ ਵਿੱਚ ਪਾਉਣ ਦੀ ਇਸ ਟਾਈਮ क्षमता ਦੇ ਵਿੱਚ ਹੈਗੀ, ਕੈਪੇਬਿਲਿਟੀ 'ਚ ਹੈਗੀ ਹੈ ਕਿ ਚੈੱਕ ਕਰ ਸਕਣ, ਜਾਂ ਸਰਕਾਰ ਤੁਹਾਡੇ ਕੋਲ ਆਉਂਦੀ ਹੈ ਕਿ ਚੈੱਕ ਕਰੋ ਕਿ ਕੀ ਇਹ ਪੈਸਟੀਸਾਈਡ ਨਕਲੀ ਹੈ ਕਿ ਅਸਲੀ ਹੈ, ਕਿਹੜੀ ਪ੍ਰੋਬਲਮ ਆ, ਇਹਦੇ ਤੇ ਖੋਜ ਕੀਤੀ ਜਾਵੇ, ਇਹਦੇ ਹੱਲ ਕੱਢੇ ਜਾਣ, ਨਿਊ ਆਈਡੀਆਜ਼ ਲਿਆਏ ਜਾਣ, ਐਂਟਰਪ੍ਰੀਨਿਓਰਸ਼ਿਪ ਲਿਆਈ ਜਾਵੇ? ਮਨਵੀਰ, ਤਿੰਨ ਤਰ੍ਹਾਂ ਦੇ ਨਾਲ ਤਿੰਨ ਆਪਾਂ ਕੈਟੇਗਰੀਆਂ 'ਚ ਵੰਡ ਸਕਦੇ ਹਾਂ ਐਗਰੀਕਲਚਰ ਵਿਭਾਗ ਦੇ ਅਫਸਰ। ਇੱਕ ਰਿਲੇਟ ਕਰਦੇ ਆ ਪੈਸਟੀਸਾਈਡਸ ਦੇ ਨਾਲ, ਇੱਕ ਰਿਲੇਟ ਕਰਦੇ ਸੀਡਸ ਦੇ ਨਾਲ, ਇੱਕ ਰਿਲੇਟ ਕਰਦੇ ਫਰਟੀਲਾਈਜ਼ਰ ਦੇ ਨਾਲ। ਪੈਸਟੀਸਾਈਡ ਟੈਸਟਿੰਗ ਲਈ ਮੈਨੂੰ ਲੱਗਦਾ ਸਿਰਫ 2 ਲੈਬਸ ਆ ਜੀ, ਇੱਕ ਫਰੀਦਕੋਟ ਆ ਤੇ ਇੱਕ PIU ਆ, ਸਿਰਫ 2 ਲੈਬਸ। ਤੇ ਜੇ ਗੱਲ ਕਰੀਏ ਉਹ ਇਹਨਾਂ ਲੈਬਸ ਨੂੰ ਹੋਰ ਸਟਰੋਂਗ ਕਰਨ ਦੀ ਲੋੜ ਹੈ ਵੀ ਇਹਦੇ 'ਚ ਕਿੰਨਾ ਟੈਕਨੀਕਲ ਕੀ ਸਿਸਟਮ ਆ। ਇੱਕ ਰੈਜ਼ੀਡੂਅਲ ਐਨਾਲਾਈਸਿਸ ਜਿਹੜੀ ਲੈਬ ਆ ਉਹ PIU 'ਚ ਹੈਗੀ ਆ, ਪਰ ਇੱਕ ਰਿਸਰਚ ਸਕੇਲ ਦੀ ਲੈਬ ਆ। ਜੇ ਆਪਾਂ ਕਹੀਏ ਇੱਕ ਬਾਹਰੋਂ ਸੈਂਪਲ ਲਿਆ ਕੇ ਇੱਕ ਬੰਦਾ ਚੈੱਕ ਕਰਾ ਲੇ, ਉਹ ਨਹੀਂ ਕਰਾ ਸਕਦਾ, ਉਹਨਾਂ ਕੋਲ ਅਥਾਰਟੀ ਹੈ ਨਹੀਂ ਉਹ ਚੈੱਕ, ਕਿਉਂਕਿ ਰਿਸਰਚ ਸਕੇਲ ਦੀ ਲੈਬ ਆ। ਇਹੋ ਜਿਹੇ ਲੈਬਸ ਲਿਆਉਣ ਦੀ ਲੋੜ ਆ। ਇਹੋ ਜਿਹੀ ਜਿਹੜੀਆਂ ਨਕਲੀ ਦਵਾਈਆਂ ਉਹਨਾਂ ਦੇ ਚੈੱਕ ਰੱਖਣ ਦੀ ਲੋੜ ਆ। ਇੱਕ ਵੱਖਰਾ ਵਿੰਗ ਬਣਾਉਣ ਦੀ ਲੋੜ ਆ ਵੀ ਜਿਹੜੀ ਇਹਨਾਂ ਪੈਸਟੀਸਾਈਡ ਨੂੰ ਚੈੱਕ ਕਰੇ, ਦੁਕਾਨਦਾਰਾਂ ਦੇ ਛਾਪਾਮਾਰੀ ਕਰੇ। ਪਹਿਲੀ ਗੱਲ ਤਾਂ ਦੁਕਾਨਦਾਰਾਂ ਦੀ ਛਾਪਾਮਾਰੀ ਤੁਹਾਨੂੰ ਮੈਂ ਗੱਲ ਦੱਸਦਾ, ਤੁਸੀਂ ਫੈਕਟਰੀਆਂ ਕਿਉਂ ਚੱਲਣ ਦਿੰਦੇ? ਇੱਕ ਬੜਾ ਰੂਲ ਮੈਂ ਤੁਹਾਨੂੰ ਦੱਸਦਾ, ਇੱਕ ਦੁਕਾਨਦਾਰ ਕੋਲੋਂ ਜਦੋਂ ਸੈਂਪਲ ਭਰਿਆ ਜਾਂਦਾ ਨਾ ਜੀ, ਉਹ ਕੰਪਨੀ ਦੇ ਕੇਸ ਨਹੀਂ ਹੁੰਦਾ, ਦੁਕਾਨਦਾਰ ਤੇ ਕੇਸ ਹੁੰਦਾ। ਕਿਉਂ ਕੰਪਨੀ, ਮੇਰੀ ਗੱਲ ਸੁਣੋ, ਪੰਜਾਬ ਸਰਕਾਰ ਦੀ ਕਹਿ ਲਓ ਵੀ ਉਹਨਾਂ ਤੋਂ ਬਿਨਾਂ ਕੰਪਨੀ ਪੰਜਾਬ 'ਚ ਆਈ ਕਿਵੇਂ? ਮੋਹਾਲੀ ਚੰਡੀਗੜ੍ਹ ਵਰਗੇ ਇਲਾਕੇ 'ਚ ਉਹਨਾਂ ਦੇ ਗਡਾਊਨ ਬਣੇ ਕਿਵੇਂ? ਇਹ ਮੁੱਢਲਾ ਢਾਂਚਾ ਥੋੜ੍ਹਾ ਜਿਹਾ ਢਿੱਲਿਆ ਤਾਂ ਮੈਨੂੰ ਉਮੀਦ ਆ ਵੀ ਚਲੋ ਸਰਕਾਰ ਨਾਲ ਅਸੀਂ ਉਹਨਾਂ ਨੂੰ ਦੱਸਦੇ ਰਹਾਂਗੇ, ਠੀਕ ਹੈ ਪਾਲਿਸੀ ਤੁਸੀਂ ਮੇਕ ਕਰੋ ਔਰ ਬਿਊਰੋਕਰੇਟ ਸਾਡੀ ਸਲਾਹ ਲੈਣ। ਪੰਜਾਬ ਐਗਰੀਕਲਚਰ ਵਿਗਿਆਨੀ ਬੈਠੇ ਜੀ, ਬਹੁਤ ਵਿਗਿਆਨੀ ਬੈਠੇ ਨੇ, ਟੈਕਨੋਕ੍ਰੈਟਸ ਜਿਹੜੇ ਐਕਸਪਰਟ ਆ ਖੇਤੀਬਾੜੀ ਦੇ, ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ, ਨਾ ਕਿ ਬਿਊਰੋਕ੍ਰੇਸੀ ਨੂੰ। ਬਿਊਰੋਕ੍ਰੇਸੀ ਕੈਨ ਬੀ ਗੁੱਡ ਐਡਮਿਨਿਸਟ੍ਰੇਸ਼ਨ, ਪਰ ਉਹ ਇੱਕ ਨਵੀਂ ਤਕਨੀਕ ਖੇਤੀਬਾੜੀ ਲਈ ਨਹੀਂ ਕੱਢ ਸਕਦੇ ਹੈਗੇ। ਮੈਂ ਇਸ ਗੱਲ ਨੂੰ ਹੁਣ, ਵੈਸੇ ਤਾਂ ਖੇਤੀਬਾੜੀ ਦੀ ਜਾਣਕਾਰੀ ਬੜੀ ਵਧੀਆ ਲੱਗਦੀ ਤੁਹਾਡੇ ਤੋਂ, ਦਿਲ ਕਰਦਾ ਹੋਰ ਸਵਾਲ ਪੁੱਛੀਏ ਇਹਦੇ ਤੇ, ਪਰ ਸਮੇਂ ਦੀ ਆਪਣੇ ਕੋਲ ਕਮੀ ਹੈ। ਮੈਂ ਇਹਨੂੰ ਯੂਥ ਤੇ ਲੈ ਕੇ ਆਉਣਾ ਚਾਹੁੰਦੀ ਹਾਂ, ਤੁਹਾਡੇ ਸਟਰਗਲ ਨੂੰ। ਸਾਡਾ ਯੂਥ ਜੇਕਰ ਐਵੇਂ ਹੀ ਆਪਣੀਆਂ ਨੌਕਰੀਆਂ ਲੈਣ ਲਈ ਸਾਡੇ ਕਾਬਿਲ ਪੜ੍ਹੇ ਲਿਖੇ ਨੌਜਵਾਨਾਂ ਨੂੰ ਰਿਕਸ਼ੇ ਚਲਾਉਣੇ ਪੈਣ, ਸਿੰਬੋਲਿਕ ਪ੍ਰੋਟੈਸਟ ਕਰਨੇ ਪੈਣ, ਸਬਜ਼ੀਆਂ ਵੇਚਣੀਆਂ ਪੈਣ, ਬੂਟ ਪਾਲਿਸ਼ਾਂ ਕਰਨੀਆਂ ਪੈਣ, ਬਹੁਤ ਕੁਛ ਹੈ, ਫਿਰ ਆਪਣਾ ਯੂਥ ਅਮਰੀਕਾ ਕੈਨੇਡਾ ਨੂੰ ਕਿਉਂ ਨਾ ਭੱਜੇ? ਪਾਸਪੋਰਟ ਤੇ ਸਟੈਂਪ ਲਵਾਵੇ, 35 36 ਲੱਖ 40 ਲੱਖ ਲਾਵੇ, ਇੱਕ ਕਿੱਲਾ ਗਹਿਣੇ ਵੀ ਰੱਖ ਦੇਵੇ, ਇੱਕ ਕਿੱਲਾ ਵੇਚ ਵੀ ਦੇਵੇ ਬਾਪੂ, ਤਾਂ ਫਿਰ ਇੱਥੇ ਏਦਾਂ ਮੀਂਹ ਕਣੀ ਦੇ ਵਿੱਚ ਹਰ ਮੌਸਮ ਦੀ ਜਿਹੜੀ ਮੌਸਮ ਦੀ ਵੀ ਐਟਰੋਸਿਟੀ ਆ ਤੁਹਾਡੇ ਤੇ, ਉਹਦੇ 'ਚ ਬਹਿਣ ਨਾਲੋਂ ਤਾਂ ਫਿਰ ਬਾਹਰ ਕਿਉਂ ਨਾ ਜਾਵੇ? ਇਹ ਗੱਲਾਂ ਤੁਸੀਂ ਆਪਣੇ ਲੀਡਰਸ ਨੂੰ ਕਹੀਆਂ ਕਿ ਇਟ ਇਜ਼ ਅਬਾਊਟ ਪੰਜਾਬ ਦੀ ਨੌਜਵਾਨੀ ਦੀ એનર્ਜੀ ਨੂੰ ਅੱਛੇ ਪਾਸੇ ਚੈਨਲਾਈਜ਼ ਕਰਨਾ। ਇਟਸ ਨਾਟ ਅਬਾਊਟ ਰੋਜ਼ਗਾਰ, ਇਟਸ ਨਾਟ ਅਬਾਊਟ ਅਰਨਿੰਗ ਮਨੀ, ਇਟਸ ਅਬਾਊਟ ਯੂਜ਼ਿੰਗ ਦਾ એનર્ਜੀ ਆਫ ਸਾਡੀ ਨੌਜਵਾਨੀ ਦੀ। ਵੀ ਇੰਨੀ ਵੀ ਜ਼ਿਆਦਾ ਐਨਰਜੀ ਆ ਸਾਡੇ ਯੂਥ ਦੇ ਵਿੱਚ, ਇੰਨੀ ਵੀ ਜ਼ਿਆਦਾ ਨਵੇਂ ਨਵੇਂ ਆਈਡੀਆਜ਼ ਆ। ਮੈਨੂੰ ਤੁਹਾਨੂੰ ਮੇਰੀਆਂ ਗੱਲਾਂ ਸ਼ਾਇਦ ਵਧੀਆ ਲੱਗਦੀਆਂ ਹੋਣਗੀਆਂ ਵੀ ਜਿਹੜੀਆਂ ਮੈਂ ਤੁਹਾਨੂੰ ਕੀਤੀਆਂ ਹਨ, ਤੇ ਮੇਰੇ ਕੋਲ ਬੜੇ ਬੜੇ ਬ੍ਰਿਲੀਅੰਟ ਮੁੰਡੇ ਕੁੜੀਆਂ ਨੇ ਜੀ, ਜਿਹਨਾਂ ਕੋਲ ਵੱਡੇ ਵੱਡੇ ਆਈਡੀਆਜ਼ ਨੇ। ਸਰਕਾਰ ਉਹਨਾਂ ਨੂੰ ਕਿਉਂ ਨਹੀਂ ਕੰਸਲਟ ਲੈਂਦੀ? ਬਿਊਰੋਕ੍ਰੇਸੀ ਇੱਕ ਪਾਰਟ ਆ, ਜਿਹੜੀ ਐਡਮਿਨਿਸਟ੍ਰੇਸ਼ਨ ਇੱਕ ਪਾਰਟ ਆ, ਸਰਕਾਰ ਦਾ ਮੰਤਰੀਆਂ ਦਾ ਇੱਕ ਆਪਦਾ ਪਾਰਟ ਆ। ਕਿਉਂ ਨਹੀਂ ਤੁਸੀਂ ਸਾਡੇ ਕੋਲ ਐਕਸਪਰਟਿਜ਼ ਦੀ ਸਲਾਹ ਕਿਉਂ ਨਹੀਂ ਲੈ ਲੈਂਦੇ? ਸਾਡੇ ਤੋਂ ਨਹੀਂ ਲੈਣੀ, ਤੁਸੀਂ ਸਾਡੇ ਪ੍ਰੋਫੈਸਰ ਤੋਂ ਲੈ ਲਓ, ਇੱਕ ਕਮੇਟੀ ਬਣਾ ਦਿਓ ਵੀ ਅਸੀਂ ਆਹ ਐਗਰੀਕਲਚਰ ਇੱਕ ਨਵੀਂ ਪਾਲਿਸੀ ਕਰਨੀ ਹੈ। ਜੇ ਇਹ ਕੰਮ ਤੁਸੀਂ ਨਾ ਕੀਤਾ, ਹੁਣ ਸਾਡੀ ਕਮਿਟਮੈਂਟ ਹੈ ਜੀ ਕਿ ਨਹੀਂ ਜਾਣਾ ਜੀ ਬਾਹਰ, ਪੱਕੇ ਨਹੀਂ ਜਾਣਾ, ਲੜਾਂਗੇ। ਯੂਥ ਸਾਰਾ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਲੜੂਗਾ, ਅਸੀਂ ਨਹੀਂ ਜਾਣਾ ਬਾਹਰ। ਇਸ ਯੂਨੀਵਰਸਿਟੀ ਨੂੰ ਬਰਬਾਦ ਹੁੰਦੇ ਵੇਖ ਹੀ ਨਹੀਂ ਸਕਦੇ ਅਸੀਂ। ਇੱਥੇ ਰਹੇ ਆ ਪੰਜਾਬ ਦੇ ਮੇਰੀ 25 ਈਅਰਸ ਓਲਡ, ਜਿਹੜੀ ਮੈਂ 25 ਸਾਲਾਂ ਦਾ ਵਾ, 25 ਸਾਲ ਮੈਨੂੰ ਇੱਥੇ ਯੂਨੀਵਰਸਿਟੀ ਆਇਆ ਨੂੰ ਬਹੁਤ ਟਾਈਮ ਹੋ ਗਿਆ, ਤੇ ਨਹੀਂ ਦਿਲ ਕਰਦਾ ਇਸ ਯੂਨੀਵਰਸਿਟੀ ਨੂੰ ਤਬਾਹ ਹੁੰਦੇ ਅਸੀਂ ਵੇਖ ਨਹੀਂ ਸਕਦੇ, ਇਸ ਪੰਜਾਬ ਨੂੰ ਤਬਾਹ ਹੁੰਦੇ ਨਹੀਂ ਵੇਖ ਸਕਦੇ। ਇੰਨੀ ਤਾਂ ਯੂਥ 'ਚ ਐਨਰਜੀ ਹੈ ਜੀ, ਤੁਸੀਂ ਕਿਉਂ ਉਹਨਾਂ ਨੂੰ ਭਰਤੀ ਕਰੋ? ਹੋਰ ਐਂਟਰਪ੍ਰੀਨਿਓਰ ਬਹੁਤ ਜ਼ਿਆਦਾ ਬਿਜ਼ਨਸ ਐਸਟੈਬਲਿਸ਼ ਕਰਾ ਦੇਣਗੇ ਲੋਕਾਂ ਨੂੰ, ਤੁਸੀਂ ਉਹਨਾਂ ਨੂੰ ਇੱਕ ਮੌਕਾ ਤਾਂ ਦਿਓ। ਵਿੱਤੀ ਭਾਰ ਨੂੰ ਛੱਡੋ, ਫਾਈਨੈਂਸ਼ੀਅਲ ਜਿਹੜਾ ਸਿੰਬੋਲਿਕ ਅਸੀਂ ਬੂਟ ਪਾਲਿਸ਼ ਕੀਤੇ, ਸਬਜ਼ੀ ਵੇਚੀ, ਅਸੀਂ ਕੋਈ ਉਸ ਕਿੱਤੇ ਨੂੰ ਡੀਮੋਰਲਾਈਜ਼ ਨਹੀਂ ਕੀਤਾ ਵੀ ਬੂਟ ਪਾਲਿਸ਼ ਕਰਨਾ ਮਾੜੀ ਗੱਲ ਆ ਜਾਂ ਸਬਜ਼ੀ ਵੇਚਣਾ ਮਾੜੀ ਗੱਲ ਆ। ਕੀਤਾ, ਮਿਹਨਤ ਵਾਲਾ ਕੀਤਾ, ਬੈਸਟ ਆ ਜੀ, ਗੁੱਡ ਆ, ਤੁਸੀਂ ਕਰਦੇ ਹੋ। ਇੱਕ ਜਜ਼ਬੇ ਵਾਲੀ ਗੱਲ ਆ ਜਦੋਂ ਤੁਸੀਂ ਇਹ ਕੀਤਾ ਕਰਦੇ ਹੋ, ਪਰ ਇੱਕ ਸਿੰਬੋਲਿਕ ਚੀਜ਼ ਸੀਗੀ
ਵੀ ਜੇ ਤੁਹਾਡੇ ਕੋਲ ਮਾਨ ਸਾਹਿਬ ਦਾ ਜਿਹੜਾ ਖਜ਼ਾਨਾ ਨਹੀਂ ਤੁਹਾਡੇ ਕੋਲ ਸਾਨੂੰ ਜੌਬਸ ਦੇਣ ਲਈ ਹੈਗਾ, ਅਸੀਂ ਤੁਹਾਡੀ ਕੀਤੀ ਹੈਲਪ ਕਰਦੇ ਹਾਂ। ਅਸੀਂ ਉਹ ਸਰਕਾਰੀ ਖਜ਼ਾਨੇ 'ਚ ਕੱਲ ਪਰਸੋਂ ਜਾ ਕੇ ਉਹ ਜਮ੍ਹਾਂ ਵੀ ਕਰਾਵਾਂਗੇ ਜਿੱਦਾਂ ਅਸੀਂ ਕਮਾਈ ਕੀਤੀ। ਵੀ ਮਾਨ ਸਾਹਿਬ ਉਹ ਪੀਪੇ 'ਚ ਪਾ ਦਿਓ, ਜੇ ਉਹ ਪੀਪਾ ਪੀਪਾ ਹੀ ਕਵਾਂਗੇ ਜੀ, ਕਹਿੰਦੇ ਖਜ਼ਾਨਾ ਖਾਲੀ ਹੈ ਜੀ, ਖਜ਼ਾਨਾ ਖਾਲੀ ਹੈ, ਖਜ਼ਾਨਾ ਕਾਹਦਾ ਪੀਪਾ। ਯੂਥ 'ਚ એનર્ਜੀ ਬਹੁਤ ਹੈ, ਇਹਨੂੰ ਚੈਨਲਾਈਜ਼ ਕਰਨ ਦੀ ਲੋੜ ਹੈ। ਯੂਨੀਵਰਸਿਟੀ ਦੇ ਵਿੱਚ ਇੱਕ ਦੋ ਸੁਸਾਈਡ ਵੀ ਦੇਖਣ ਨੂੰ ਮਿਲੇ ਫਾਈਨੈਂਸ਼ੀਅਲ ਪ੍ਰੋਬਲਮਸ ਕਰਕੇ, ਥੋੜੇ ਮੈਂਟਲ ਹੈਲਥ ਇਸ਼ੂ ਵੀ ਹੋ ਸਕਦੇ ਆ, ਕਿਉਂਕਿ ਜਦੋਂ ਆਪਣੀ ਨੌਜਵਾਨੀ ਬਬਨ ਜਿਹੜੀ ਮਤਲਬ ਜਦੋਂ ਆਪਾਂ 18 ਸਾਲ ਦੇ ਹੋ ਜਾਂਦੇ ਆ, ਆਪਣੇ ਪੰਜਾਬ 'ਚ ਕੋਈ ਵੀ ਇਦਾਂ ਦਾ ਸਿਸਟਮ ਹੈ ਨਹੀਂ ਕਿ ਜਿਹਦੇ 'ਚ ਆਪਾਂ ਨੂੰ ਅਨਇੰਪਲੋਇਮੈਂਟ ਭੱਤਾ ਮਿਲੇ। ਥੋੜਾ ਯੂਥ ਵੈਲਫੇਅਰ ਦਾ ਸੋਚਿਆ ਜਾਵੇ ਵੀ ਜਿਹੜੀਆਂ ਇਹਨਾਂ ਦੀਆਂ ਬੇਸਿਕ ਜ਼ਰੂਰਤਾਂ ਨੇ ਘੱਟੋ ਘੱਟ ਸਾਡੀ ਯੂਥ ਦੀਆਂ ਉਹ ਪੂਰੀਆਂ ਹੁੰਦੀਆਂ ਰਹਿਣ। ਫਿਰ ਹੋ ਸਕਦਾ ਕਿ ਆਪਣੀਆਂ ਜਦੋਂ ਆਪਾਂ ਆਪਣੇ ਪੇਰੈਂਟਸ ਤੇ ਬੋਝ ਨਹੀਂ ਰਹੇਗਾ, ਪੰਜਾਬ ਦੀ ਨੌਜਵਾਨੀ ਆਪਣੇ ਮਾਂ-ਬਾਪ ਤੇ ਆਪਣੇ ਪਰਿਵਾਰਕ ਜੀਆਂ ਤੇ ਬੋਝ ਨਹੀਂ ਰਹੇਗੀ, ਆਪਣਾ ਖਰਚਾ ਸਰਕਾਰ ਦੀ ਮਦਦ ਨਾਲ ਬੇਸਿਕ ਚੱਕ ਪਾਏਗੀ, ਤਾਂ ਸ਼ਾਇਦ ਨਿਊ ਆਈਡੀਆਜ਼ ਵੀ ਜ਼ਿਆਦਾ એનર્ਜੀ ਨਾਲ ਨਿਕਲ ਕੇ ਆਉਣਗੇ। ਐਦਾਂ ਦੀ ਅਨਇੰਪਲੋਇਮੈਂਟ ਸਕੀਮ, ਮੈਂ ਇਹ ਸਵਾਲ ਤਾਂ ਪੁੱਛ ਰਹੀ ਹਾਂ ਕਿਉਂਕਿ ਤੁਸੀਂ ਐਵੇਂ ਧਰਨਾ ਲਾਇਆ ਹੈ ਔਰ ਹਰ ਸਾਲ ਸਾਡੇ ਨਵੇਂ ਪਾਸ ਆਊਟ ਹੋਣ ਵਾਲੇ ਬੱਚਿਆਂ ਨੂੰ ਅਗਰ ਐਦਾਂ ਧਰਨੇ ਲਗਾਉਣੇ ਪੈਣਗੇ ਤਾਂ ਫਿਰ ਆਪਣੇ ਪੰਜਾਬ ਦੀ ਜਿਹੜੀ ਛਵੀ ਆ ਉਹ ਬਹੁਤ ਮਾੜਾ ਸਟੇਟਸ ਹੈ ਇਸ ਟਾਈਮ ਕਿ ਸਾਡੇ ਜਿਹੜੀ ਮਰਜ਼ੀ ਯੂਨੀਵਰਸਿਟੀ 'ਚ ਚਲੇ ਜਾਓ ਉੱਥੇ ਧਰਨਾ ਚੱਲ ਰਿਹਾ। ਸੋ ਇਹ ਨਾ ਸਿਸਟਮ ਨੂੰ ਸੁਧਾਰਨ ਦੀ ਗੱਲ, ਇਹ ਇਸ ਪਾਸੇ ਨੂੰ ਤੁਹਾਡੀ, ਤੁਸੀਂ ਸਟੂਡੈਂਟਸ ਦੇ ਵਿੱਚ ਰਹਿੰਦੇ ਇੰਨੇ ਸਾਲ ਹੋ ਗਏ, ਤੁਸੀਂ ਲਗਾਤਾਰ ਯੂਨੀਵਰਸਿਟੀ ਦੇ ਵਿੱਚ ਆ, ਸਾਡਾ ਯੂਥ ਇਸ ਪਾਸੇ ਨੂੰ ਕੀ ਸੋਚਦਾ ਹੈ ਕਿ ਸਰਕਾਰ ਤੋਂ ਆਪਣੇ ਲਈ ਕੋਈ ਵੈਲਫੇਅਰ ਭੱਤਾ, ਅਨਇੰਪਲੋਇਮੈਂਟ ਭੱਤਾ ਜਾਂ ਕੋਈ ਸਪੋਰਟ ਸਿਸਟਮ ਦੀ ਮੰਗ ਕਰਨਾ ਬੇਸਿਕ ਜਿਹਾ, ਜਿਹਦੇ ਨਾਲ ਤੁਹਾਡਾ ਮੋਬਾਈਲ ਦਾ ਰੀਚਾਰਜ, ਤੁਹਾਡੇ ਖਾਣ ਪਾਣੀ ਦਾ, ਤੁਹਾਡੇ ਕੁਛ ਕੁ ਇੰਟਰਨੈਟ ਤੇ ਜੋ ਸਟੱਡੀ ਕਰਨੀ ਹੈ, ਇੰਨੀਆਂ ਕੁ ਲੋੜਾਂ ਪੂਰੀਆਂ ਹੋ ਸਕਣ। ਜਿਹੜੀ ਤੁਸੀਂ ਗੱਲ ਸੁਸਾਈਡ ਦੀ ਕੀਤੀ ਹੈ ਨਾ, ਉਸ ਤੋਂ ਬਾਅਦ ਤੁਸੀਂ ਇਹ ਗੱਲ ਕੀਤੀ ਵੀ ਤੁਹਾਨੂੰ ਵਿੱਤੀ ਸਹਾਇਤਾ ਤੁਸੀਂ ਸਰਕਾਰ ਤੋਂ ਕਿਵੇਂ ਚਾਹੁੰਦੇ ਹੋ। ਮਤਲਬ ਵੀ ਇੱਕ ਗੱਲ ਸਮਝਣ ਦੀ ਲੋੜ ਆ ਵੀ ਜਿਹੜੀਆਂ ਬੇਸਿਕ ਚੀਜ਼ਾਂ ਨੇ ਇਹ ਚੀਜ਼ਾਂ ਹੋ ਕਿਉਂ ਰਹੀਆਂ ਨੇ, ਇਹ ਮੇਨ ਗੱਲ ਇਹ ਸਮਝਣ ਦੀ ਲੋੜ ਆ। ਤੁਸੀਂ ਇਲੈਕਸ਼ਨਾਂ ਦੀ ਗੱਲ ਕੀਤੀ, ਪੀਏ ਵਿੱਚ ਇਲੈਕਸ਼ਨ ਹੁੰਦੇ ਆ ਕਿ ਨਹੀਂ, ਅਸੀਂ ਚਾਹੁੰਦੇ ਨਹੀਂ, ਬਟ ਇੱਕ ਜਿਹੜਾ ਟੀਚਰ ਦੇ ਵਿੱਚ ਇੱਕ ਸਟੂਡੈਂਟ ਦੇ ਵਿੱਚ ਇੱਕ ਰਿਲੇਸ਼ਨ ਆ ਨਾ, ਰਿਲੇਸ਼ਨ ਗੈਪ ਨੂੰ ਸਮਝਣ ਦੀ ਲੋੜ। ਉਹ ਸੁਸਾਈਡ ਹੋਇਆ ਤੇ ਕਿਉਂ ਹੋਇਆ? ਅੱਛਾ ਮੰਨ ਲਓ ਕਿ ਉਹਨੂੰ ਫਾਈਨੈਂਸ਼ੀਅਲ ਘਰੋਂ ਦਿੱਕਤ ਸੀਗੀ, ਜਿਹਨੂੰ ਫਾਈਨੈਂਸ਼ੀਅਲ ਦਿੱਕਤ ਸੀ ਤੇ ਉਹ ਇੱਕ ਫਰੈਂਡ ਸਰਕਲ 'ਚ ਰਹਿੰਦੀ ਰਹੀ ਆ ਤੇ ਉਹ ਫਿਰ ਵੀ ਉਹ ਮੋਰਲ ਸਪੋਰਟ ਨਹੀਂ ਮਿਲੀ ਤੇ ਕਿਉਂ ਨਹੀਂ ਮਿਲੀ, ਇਹ ਗੱਲ ਸਮਝਣ ਦੀ ਲੋੜ ਆ। ਜਿਵੇਂ ਪੜ੍ਹਾਈ ਦਾ ਬੋਝ ਸੀਗਾ, ਇਹ ਪੜ੍ਹਾਈ ਦਾ ਮੰਨ ਲਓ ਜੇ ਕੋਰਸ ਕੰਟੈਂਟ ਹੀ ਐਡਾ ਮਾੜਾ ਵਾ ਜਾਂ ਕੋਰਸ ਕੰਟੈਂਟ 'ਚ ਕੁਛ ਬਦਲਾਅ ਦੀ ਲੋੜ ਆ ਵੀ ਜਿਹੜੇ ਵਿਦਿਆਰਥੀ ਨੇ ਰਿਲੈਕਸ ਹੋ ਕੇ ਪੜ੍ਹ ਲੈਣ। ਇਹ ਗੱਲ ਤਾਂ ਉਹ ਸਟੂਡੈਂਟ ਟੀਚਰ ਦੀ ਰਿਲੇਸ਼ਨਸ਼ਿਪ ਦੇ ਵਿੱਚ ਜਿਹੜਾ ਗੈਪ ਆ ਉਹਨੂੰ ਘਟਾਉਣ ਦੀ ਲੋੜ ਆ, ਸਟੂਡੈਂਟਸ ਤੋਂ ਸਲਾਹ ਲੈਣ ਦੀ ਲੋੜ ਆ। ਟੀਚਰ ਨੂੰ ਪਹਿਲੀ ਗੱਲ ਈਗੋ ਛੱਡੋ, ਈਗੋ ਛੱਡੋ ਵੀ ਅਸੀਂ ਪ੍ਰੋਫੈਸਰ ਦਾ, ਤੇ ਅਸੀਂ ਵੀ ਸਟੂਡੈਂਟਸ ਨੂੰ ਵੀ ਕਹਿੰਦੇ ਹਾਂ ਵੀ ਹਾਂ ਵੀ ਤੁਸੀਂ ਵੀ ਇੱਕ ਥੋੜ੍ਹਾ ਜਿਹਾ ਨਿਮਾਣਾਪਣ ਵਿਖਾਓ, ਹੈ ਨਾ, ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰੋ ਵੀ ਸਰ ਇਹ ਨਹੀਂ ਤੇ ਇੱਦਾਂ, ਅਸੀਂ ਆਹ ਕੋਰਸ ਕੰਟੈਂਟ ਦਾ ਇੱਦਾਂ ਚਾਹੁੰਦੇ ਹਾਂ, ਇਹ ਪੜ੍ਹਾਈ ਬਹੁਤ ਪੁਰਾਣੀ ਹੋ ਗਈ, ਇਹਨੂੰ ਅਪਡੇਟ ਕਰੋ। ਤੁਸੀਂ PhD, ਮੈਂ ਤੁਹਾਨੂੰ PhD ਦੀ ਗੱਲ ਕਰਦਾ ਜੀ, ਜਿਹੜੇ ਇੱਥੇ PhD ਕਰਦੇ ਉਹਨਾਂ ਨੂੰ ਭੱਤਾ ਮਿਲਦਾ 1000 ਰੁਪਏ ਮਹੀਨੇ, ਤੇ ਨਾਲ ਦੀ ਹਰਿਆਣਾ ਯੂਨੀਵਰਸਿਟੀ ਵਾਲੇ 15000 ਰੁਪਏ ਮਹੀਨਾ ਦੇ ਰਹੇ। ਸਪੋਰਟ ਸਿਸਟਮ ਸੀ ਦ ਡਿਫਰੈਂਸ ਹਰਿਆਣੇ ਵਾਲੇ ਕਰ ਰਹੇ ਆ ਨਾ, ਤੁਸੀਂ ਇਹ ਡਿਫਰੈਂਸ ਵੇਖੋ, ਕਿਉਂ ਯੂਥ ਇੱਥੇ PhD ਕਰੂਗਾ 1000 ਰੁਪਏ ਮਹੀਨੇ ਵਾਸਤੇ, ਇੱਕ ਲੱਖ 2 ਲੱਖ ਦੀ ਫੀਸ ਤੱਕ, ਹਰ ਪਰਸੈਂਟ 10% ਦੀ, ਹਰ ਸਾਲ 10% ਫੀਸ ਵੱਧ ਰਹੀ ਹੈ ਜੀ। ਸੋ ਇੱਕ ਨਾ ਇਮੀਡੀਏਟਲੀ ਮੈਂ ਤੁਹਾਨੂੰ ਦੱਸੂਗਾ, ਬਹੁਤ ਹੀ ਜ਼ਿਆਦਾ ਐਮਰਜੈਂਸੀ ਦੇ ਵਿੱਚ ਇੱਕ ਕਮੇਟੀ ਬਣਾਓ, ਸਾਰੀਆਂ ਦੀ ਸਾਰੀਆਂ ਜਿਹੜੀ ਐਗਰੀਕਲਚਰ ਦੇ ਨਾਲ ਰਿਲੇਟਿਡ ਨੇ, ਭਾਵੇਂ ਉਹ ਯੂਨੀਵਰਸਿਟੀ ਆ, ਪੰਜਾਬ ਦਾ ਫਾਰਮਰ ਸੁਸਾਈਡ ਵਾਲਾ, ਸਾਰਿਆਂ ਦੀ ਕਮੇਟੀ ਨੋਟ ਕਰੋ, ਪੁਆਇੰਟਸ ਨੋਟ ਕਰੋ, ਯੂਨੀਵਰਸਿਟੀ ਦੇ ਪ੍ਰੋਫੈਸਰ ਚੱਕੋ, ਚਲੋ ਸਟੂਡੈਂਟਸ ਨੂੰ ਲਿਆਓ ਤੇ ਇੱਕ ਕਮੇਟੀ ਸਟੈਬਲਿਸ਼ ਕਰੋ, ਇੱਕ ਰਿਪੋਰਟ ਬਣਾਓ, ਉਹਨਾਂ ਤੇ ਕੰਮ ਕਰੋ ਜੇ ਪੰਜਾਬ ਨੂੰ ਬਚਾਉਣਾ ਤੇ। ਨਹੀਂ ਤੇ ਫਿਰ ਠੀਕ ਹੈ ਜੀ, ਜਿਵੇਂ ਅੱਗੇ ਚੱਲਦਾ ਰਿਹਾ ਚੱਲੀ ਤਾਂ ਜਾਣਾ ਹੀ, ਜਹਾਜ਼ ਦਾ ਪੱਲਾ ਤਾਂ ਹੈਗਾ ਹੀ, ਸਾਰਿਆਂ ਨੇ ਫੜ ਹੀ ਲੈਣਾ। ਆਖਰੀ ਮੰਗਾਂ ਤੁਹਾਡੀਆਂ ਹੁਣ ਡਿਮਾਂਡ ਕੀ ਹੈ ਸਰਕਾਰ ਤੋਂ, ਜਿਹਦੇ ਤੋਂ ਬਾਅਦ ਤੁਸੀਂ ਇਹ ਧਰਨਾ ਚੱਕੋਗੇ? ਕਿਉਂਕਿ ਐਵੇਂ ਬੈਠੇ ਤੁਹਾਡੀ ਵੀ ਪੜ੍ਹਾਈ ਸਫਰ ਹੋ ਰਹੀ ਹੈ, ਸਿਹਤ ਵੀ ਸਫਰ ਹੋ ਰਹੀ ਹੈ, ਕੰਫਰਟ, ਪੀਸ, ਘਰ ਦਾ ਮਾਹੌਲ, ਘਰ ਦੇ ਵੀ ਉਡੀਕਦੇ ਹੋਣੇ ਆ, ਕੀ ਮੰਗ ਹੈ ਹੁਣ ਆਖਰ ਦੇ ਵਿੱਚ? ਵੀਰ ਭੁੱਖ ਹੜਤਾਲ ਬੜੀ ਹੰਗਰ ਜਿਹੜੀ ਸਟ੍ਰਾਈਕ ਚੱਲ ਰਹੀ ਹੈ, ਚੇਨ ਹੰਗਰ 12 ਤਰੀਕ ਨੂੰ ਮੈਂ ਕਮੇਟੀ ਕੀਤਾ ਸੀ, ਮੈਂ ਮਰਨ ਕਰਕੇ ਦਊਂਗਾ ਜੇ ਨਾਲ ਕੰਮ ਹੋਇਆ। ਇੱਕ ਮਿੰਟ ਹੈਗੀ ਸਾਡੇ ਦਿਲ ਪਾਵਰ ਜਗਦਾ ਹੈਗਾ, ਅਸੀਂ ਬਹਿਣਾ 3 ਮੁੱਖ ਮੰਗਾਂ ਜੀ, ਮੈਂ ਬਰੀਫ ਕਰੂੰਗਾ, ਜ਼ਿਆਦਾ ਤੁਹਾਡਾ ਸਮਾਂ ਨਹੀਂ ਮਿਲਦਾ। ਪਹਿਲਾਂ ਤਾਂ ਸਾਰੀਆਂ ਦੀ ਸਾਰੀਆਂ ਪੋਸਟਾਂ ਨੇ ਜਿਹੜੀਆਂ, ਸਾਰੀਆਂ ਦੀ ਸਾਰੀਆਂ ਪੋਸਟਾਂ ਨੂੰ ਇਮੀਡੀਏਟ ਭਰੋ ਐਗਰੀਕਲਚਰ ਟੈਕਨੀਕਲ। ਦੂਜੀ ਗੱਲ ਆ, ਇੱਕ ਹਰ ਵਾਰ ਦਰੀ ਵੀ ਵਿਛਾਈ ਜਾਣੀ, ਖਰਚਾ ਬਹੁਤ ਹੋ ਰਿਹਾ ਮਨਵੀਰ ਇੱਥੇ, 100-150 ਰੁਪਏ ਕੱਟਾਂਗੇ। ਵੀ ਆਲ ਬਿਲੋਂਗਸ ਮਿਡਲ ਕਲਾਸ ਫੈਮਿਲੀ, ਕੋਈ ਸਰਮਾਏਦਾਰ ਬੰਦੇ ਨਹੀਂ ਗੇ ਇੰਨੇ ਵੀ
100-150 ਕਿੱਲੇ ਦੇ ਮਾਲਕ ਨੇ, ਵੇਚ ਕੇ ਅਸੀਂ ਧਰਨਾ ਸ਼ੌਂਕ ਨਾਲ ਲਾ ਕੇ ਬੈਠੇ ਹਾਂ। ਬਹੁਤ ਮਜਬੂਰੀ ਦੀ ਗੱਲ, ਹਰ ਬੰਦਾ ਕੋਈ 150-50 200 500 ਇਕੱਠਾ ਕਰਕੇ ਅਸੀਂ ਇਹ ਟੈਂਟ ਤੁਹਾਨੂੰ ਮੈਂ ਦਿਖਾਊਂਗਾ ਇਸ ਵੀਡੀਓ ਤੋਂ ਬਾਅਦ। ਟੈਂਟ ਲਾਇਆ ਵਾ, ਸਾਰਾ ਸੈਟਅਪ ਲਾਇਆ ਵਾ। ਹਰ ਵਾਰ ਦਰੀ ਨਹੀਂ ਵਿਛਾਈ ਜਾਣੀ, ਹਰ ਵਾਰੀ ਸੰਘਰਸ਼ ਨਹੀਂ ਕੀਤਾ ਜਾਣਾ। ਤੁਸੀਂ ਰੋਸਟਰ ਸਿਸਟਮ ਕਿਉਂ ਨਹੀਂ ਕੱਢਦੇ? 2022 ਦੇ ਵਿੱਚ 100 ਏਡੀਓਸ ਦੀ ਜਿਹੜੀ ਰਿਟਾਇਰਮੈਂਟ ਹੋਣੀ, ਜਿਹੜਾ BSc ਫਾਈਨਲ ਈਅਰ ਦੇ ਵਿੱਚ ਬੱਚਾ ਹੋਊਗਾ ਉਹਨੇ ਉਮੀਦ ਤਾਂ ਹੋਊਗੀ, ਹਾਂ ਮੈਂ ਬਾਹਰ ਨਹੀਂ ਜਾਣਾ, ਮੇਰੀ ਏਡੀ ਦੀ ਪੋਸਟ ਹੋਣੀ ਹੈ। ਭਾਵੇਂ 25 ਪੋਸਟਾਂ ਹੋਣ, 25 ਪੋਸਟਾਂ ਨੂੰ ਕੰਪੀਟ ਕਰਨਾ ਸੀ। ਜੇ 250 ਬੰਦਾ ਵੀ ਹੋਇਆ, ਉਹਨਾਂ ਨੂੰ ਉਮੀਦ ਤਾਂ ਹੈਗੀ ਆ ਨਾ। ਯੂਥ ਦਾ ਜਿਹੜਾ ਫਲੋ ਆ ਬਾਹਰ ਨੂੰ ਆਪੇ ਘੱਟ ਜੂਗਾ ਜੀ। ਇਹ ਪੱਕੀ ਕਮਿਟਮੈਂਟ ਆ ਜੀ। ਗੱਲ ਚੀਮਾ ਸਾਹਿਬ ਨੇ ਕਹਿ ਗਏ ਆ ਵੀ ਜਿੰਨਾ ਤੱਕ ਪੋਸਟਾਂ ਤੁਸੀਂ ਨਹੀਂ ਐਡਵਰਟਾਈਜ਼ ਕਰਦੇ, ਵੀ ਵਿਲ ਬੀ ਹੇਅਰ, ਵੀ ਹੈਵ ਅ ਸਟਰੋਂਗ ਕਮਿਟਮੈਂਟ। ਤੁਸੀਂ ਕਰਨਾ ਨਹੀਂ ਕਰਨਾ। ਇਹ ਗੱਲ, ਇਹ ਲੜਾਈ ਸਾਡੀ ਨਹੀਂ। ਮੈਂ ਚੀਮਾ ਸਾਹਿਬ ਨੇ ਇਹ ਵੀ ਗੱਲ ਕਹਿ ਕੇ ਗਿਆ ਜੀ, ਜੇ ਆਮ ਆਦਮੀ ਪਾਰਟੀ ਦੀ ਲੜਾਈ ਅਸੀਂ ਲੜੀ ਸੀ, ਯੂਥ ਨੇ ਲੜੀ ਸੀ, ਤੇ ਸਾਡੀ ਲੜਾਈ ਤੁਸੀਂ ਲੜਨੀ ਹੈ, ਤੇ ਤੁਹਾਨੂੰ ਲੜਨੀ ਪੈਣੀ ਹੈ। ਬਹੁਤ ਉਮੀਦਾਂ ਨਾਲ ਲੋਕਾਂ ਨੇ ਵੋਟਾਂ ਪਾਈਆਂ ਔਰ ਇੱਕ ਨਵੀਂ ਸਰਕਾਰ ਬਦਲਾਵ ਦੀ ਲਿਆਂਦੀ ਹੈ, ਬਿਕੋਜ਼ ਦੇਰ ਆਰ ਲੋਟ ਆਫ ਥਿੰਗਸ ਜਿੱਥੇ ਬਦਲਾਵ ਦੀ ਜ਼ਰੂਰਤ ਜੈਨੂਇਨਲੀ ਹੈਗਾ। ਪਰ ਅਗਰ ਸਾਨੂੰ ਬਦਲਾਵ ਨਾ ਦੇ ਪਾਈਏ ਇਸ ਪੰਜਾਬ ਦੀ ਨੌਜਵਾਨੀ ਨੂੰ, ਤਾਂ ਜਵਾਨੀ ਮੈਨੂੰ ਲੱਗਦਾ ਸਾਡੇ ਪੰਜਾਬ ਦੀ ਹੋਪਲੈਸ ਹੋ ਸਕਦੀ ਹੈ। ਰਾਈਟ, ਸੋ ਥੈਂਕ ਯੂ ਸੋ ਮਚ ਬਬਨ, ਤੁਸੀਂ ਆਪਣੀਆਂ ਪ੍ਰੋਬਲਮਸ ਨੂੰ ਸਾਨੂੰ ਜਾਣੂ ਕਰਾਇਆ ਸੀ, ਸਮਝ ਪਾਏ ਆ ਬਿਹਤਰਲੀ। ਮੀਡੀਆ ਦਾ ਬੜਾ ਥੈਂਕ ਯੂ ਸੋ ਧੰਨਵਾਦ ਹੈ ਮਚ। ਜੀ। ਨਹੀਂ, ਮੀਡੀਆ ਦਾ ਬੜਾ ਧੰਨਵਾਦ ਆ ਵੀ ਹਰ ਪੰਜਾਬ ਦੇ ਹਰ ਕੋਨੇ ਨੂੰ ਪਤਾ ਲੱਗਿਆ ਜੀ ਪ੍ਰੋਟੈਸਟ ਚੱਲ ਰਹੇ। ਜੋ ਪ੍ਰੋਟੈਸਟ ਕੋਈ ਇਹ ਨਹੀਂ ਨਾ ਵੀ ਕੋਈ ਅਨਲੋਜੀਕਲ ਮੰਗ ਨਹੀਂ, ਇੱਕ ਲੋਜਿਕ ਦੇ ਹਿਸਾਬ ਨਾਲ, ਇੱਕ ਫੈਕਟ ਦੇ ਹਿਸਾਬ ਨਾਲ ਮੰਗ ਆ। ਤੇ ਠੀਕ ਆ, ਅਸੀਂ ਡਟੇ ਆ ਜੀ, ਅਸੀਂ ਸਾਡੇ ਨਾਲ ਹੋ, ਵਾਹਿਗੁਰੂ ਸਾਡੇ ਨਾਲ ਆ, ਤੇ ਸਾਨੂੰ ਸਰਕਾਰ ਤੋਂ ਉਮੀਦ ਹੈ ਵੀ ਅਸੀਂ ਕੰਮ ਕਰਾ ਕੇ ਛੱਡਾਂਗੇ। ਧੰਨਵਾਦ। All the very best, Pavan. Thank you, Ji. Thank you. Thank you.